ਦੋਸਤੋ ਨਿਊਜ਼ ਹੈਡਲਾਈਨ ਇੰਡੀਆ 'ਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਆਖਿਆ ਜਾਂਦਾ ਹੈ ਕਿ ਸਰੀਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਦਿਮਾਗ ਹੈ ਬੰਦੇ ਦਾ। ਜਿਹੜਾ ਵਰਕ ਕਰਦਾ ਸਰੀਰ ਉਹ ਇਸ ਦਿਮਾਗ ਦੇ ਸਿਰ ਦੇ ਉੱਤੇ ਹੀ ਕਰਦਾ ਔਰ ਇਸ ਦਿਮਾਗ ਦਾ ਚੁਸਤ ਦਰੁਸਤ ਹੋਣਾ ਹੀ ਇੱਕ ਚੰਗੀ ਸਿਹਤ ਦੀ ਨਿਸ਼ਾਨੀ ਹੈ। ਦਿਮਾਗੀ ਬਿਮਾਰੀਆਂ ਔਰ ਇਹਦੇ ਕੀ ਕਾਰਨ ਹੈ, ਇਹਦੇ ਕੀ ਨਿਵਾਰਨ ਹੈ, ਇਸ ਤੋਂ ਪਹਿਲਾਂ ਅਸੀਂ ਡਾਕਟਰ ਦਿਨੇਸ਼ ਜਿਹੜੇ ਨਿਊਰੋ ਫਿਜ਼ੀਸ਼ੀਅਨ ਨੇ, ਇੱਕ ਲੰਬਾ ਤਜਰਬਾ ਆ ਇਸ ਫੀਲਡ ਦੇ ਵਿੱਚ ਉਹਨਾਂ ਨਾਲ ਇਸ ਤੋਂ ਪਹਿਲਾਂ ਆਪਾਂ ਇੱਕ ਕਨਸੈਪਟ ਦੇ ਉੱਤੇ ਇੱਕ ਗੱਲ ਕਰ ਚੁੱਕੇ ਹਾਂ ਦਿਮਾਗੀ ਬਿਮਾਰੀਆਂ ਦੇ ਉੱਤੇ, ਔਰ ਅੱਜ ਅਸੀਂ ਕਰਨ ਜਾ ਰਹੇ ਹਾਂ ਉਸ ਕਨਸੈਪਟ ਦੇ ਉੱਤੇ ਗੱਲ ਜਿਹਦੇ ਵਿੱਚ ਦਿਮਾਗ ਦੇ ਵਿੱਚ ਪਾਣੀ ਪੈਣ ਦੇ ਨਾਲ ਜਿਹੜਾ ਉਹ ਕੰਪਲੀਕੇਟਡ ਹੋ ਜਾਂਦਾ ਉਹ ਕੇਸ, ਔਰ ਇਸ ਚੀਜ਼ ਨੂੰ ਕਿਵੇਂ ਇਸ ਦੀ ਪਛਾਣ ਕੀਤੀ ਜਾਵੇ, ਕਿਵੇਂ ਇਸ ਨੂੰ ਰੋਕਿਆ ਜਾ ਸਕਦਾ ਇੱਕ ਸਮੇਂ ਦੇ ਉੱਤੇ, ਇੱਕ ਅੱਛੇ ਡਾਕਟਰ ਨਾਲ ਕੰਟੈਕਟ ਕਰਕੇ ਆਪਾਂ ਕਿਵੇਂ ਇਸ 'ਤੇ ਕਾਬੂ ਪਾ ਸਕਦੇ ਹਾਂ, ਇਸ ਤੋਂ ਬਾਅਦ ਇਹਦੀਆਂ ਕੀ ਸਾਵਧਾਨੀਆਂ ਹੋਣਗੀਆਂ ਉਹ ਡਾਕਟਰ ਦਿਨੇਸ਼ ਅੱਜ ਸਾਡੇ ਨਾਲ ਸਾਂਝੀਆਂ ਕਰਨਗੇ। ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਔਰ ਤੁਹਾਡਾ ਵੈਲਕਮ ਹੈ ਨਿਊਜ਼ ਹੈਡਲਾਈਨ ਇੰਡੀਆ 'ਚ। ਅੱਜ ਜਿਹੜਾ ਆਪਾਂ ਦਿਮਾਗੀ ਬਿਮਾਰੀਆਂ ਕਿੰਨੀਆਂ ਹੁੰਦੀਆਂ ਉਹ ਆਪਾਂ ਇੱਕ ਚਰਚਾ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਤੁਹਾਡੇ ਨਾਲ। ਹੁਣ ਦਿਮਾਗੀ ਬਿਮਾਰੀਆਂ ਦੇ ਵਿੱਚ ਇੱਕ ਬਿਮਾਰੀ ਇਹੋ ਜਿਹੀ ਹੁੰਦੀ ਜਿਹਦੇ ਨਾਲ ਦਿਮਾਗ ਦੇ ਵਿੱਚ ਪਾਣੀ ਭਰ ਜਾਂਦਾ ਹੈ, ਔਰ ਉਹਦੇ ਵਿੱਚ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਆ ਉਹਦੇ, ਕੀ ਉਹ 'ਚ ਕੰਪਲੀਕੇਸ਼ਨਸ ਕੀ ਆਉਂਦੀਆਂ ਔਰ ਉਹਨੂੰ ਕਿਵੇਂ ਜਿਹੜਾ ਇੱਕ ਮਰੀਜ਼ ਪਛਾਣ ਸਕਦਾ। ਥੈਂਕ ਯੂ ਅਨਿਲ ਜੀ। ਸਭ ਤੋਂ ਪਹਿਲਾਂ ਮੈਂ ਡਾਕਟਰ ਦਿਨੇਸ਼ ਕੁਮਾਰ, ਨਿਊਰੋ ਫਿਜ਼ੀਸ਼ੀਅਨ ਅੰਮ੍ਰਿਤਸਰ ਕਸ਼ਮੀਰ ਐਵਨੀ ਤੋਂ। ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗਾ ਕੁਝ ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦੇ ਕਰਕੇ ਬ੍ਰੇਨ ਦੇ ਵਿੱਚ ਪਾਣੀ ਭਰ ਸਕਦਾ ਹੈ ਅਤੇ ਜਿਹਨੂੰ ਕਿ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ, ਅਤੇ ਅਗਰ ਅਸੀਂ ਸਮੇਂ ਸਿਰ ਨਹੀਂ ਮੈਨੇਜ ਕਰ ਪਾਉਂਦੇ ਪੇਸ਼ੈਂਟ ਨੂੰ ਹੋਰ ਵੀ ਕੰਪਲੀਕੇਸ਼ਨਸ ਆ ਸਕਦੀਆਂ। ਸੋ ਸਭ ਤੋਂ ਪਹਿਲਾਂ ਮੈਂ ਡਿਸਕਸ ਕਰਾਂਗਾ ਤੁਹਾਨੂੰ ਸਭ ਤੋਂ ਪਹਿਲਾਂ ਕਿ ਟਿਊਬਰਕੁਲਰ ਮੈਨਿਨਜਾਈਟਿਸ, ਜਿਹਨੂੰ ਆਪਾਂ ਮੈਨਿਨਜਾਈਟਿਸ ਪਿਛਲੇ ਵਾਰੀ ਆਪਾਂ ਡਿਸਕਸ ਕੀਤਾ ਦਿਮਾਗੀ ਬੁਖਾਰ, ਉਸੇ ਚੀਜ਼ ਨੂੰ ਆਪਾਂ ਦੇਖਿਆ ਜਾਏ ਤਾਂ ਉਹਨਾਂ 'ਚੋਂ ਇੱਕ ਬਿਮਾਰੀ ਹੁੰਦੀ ਹੈ ਟਿਊਬਰਕੁਲਰ TB ਜਿਹਨੂੰ ਆਪਾਂ ਕਹਿੰਦੇ ਹਾਂ। ਉਸ ਨੂੰ ਬ੍ਰੇਨ ਨੂੰ ਫੜਨਾ, ਮਤਲਬ ਬ੍ਰੇਨ ਦੀਆਂ ਜਿਹੜੀਆਂ ਲੇਅਰਸ ਹੁੰਦੀਆਂ ਜਿਹਨੂੰ ਆਪਾਂ ਮੈਨਿਨਜਿਸ ਕਹਿੰਦੇ ਨੇ, ਮੈਨਿਨਜਿਸ ਨੂੰ ਫੜਨਾ, ਜਿਹੜੀਆਂ ਕਿ ਉਹਨੂੰ ਅਸੀਂ ਕਹਿ ਦਿੰਦੇ ਹਾਂ ਟਿਊਬਰਕੁਲਰ ਮੈਨਿਨਜਾਈਟਿਸ। ਉਹਦੀ ਸਭ ਤੋਂ ਵੱਡੀ ਕੰਪਲੀਕੇਸ਼ਨ ਜਿਹਨੂੰ ਅਸੀਂ ਰੋਕਿਆ ਜਾ ਸਕਦਾ ਉਹ ਹੈ ਹਾਈਡਰੋਸੈਫਲਸ, ਦੈਟ ਇਜ਼ ਅਰਲੀ ਹਾਈਡਰੋਸੈਫਲਸ, ਮਤਲਬ ਪਾਣੀ ਬਹੁਤ ਜਲਦੀ ਭਰ ਜਾਣਾ ਬ੍ਰੇਨ ਦੇ ਵਿੱਚ। ਸੋ ਹੁਣ ਹਾਈਡਰੋਸੈਫਲਸ ਬਾਰੇ ਮੈਂ ਥੋੜ੍ਹਾ ਬਹੁਤ ਦੱਸਣਾ ਚਾਹਾਂਗਾ ਕਿ ਦਰਸ਼ਕਾਂ ਨੂੰ ਕਿ ਹਾਈਡਰੋਸੈਫਲਸ ਮਤਲਬ ਪਾਣੀ ਦੇ ਬ੍ਰੇਨ 'ਚ ਐਕਿਊਮੂਲੇਸ਼ਨ ਹੋ ਜਾਣਾ, ਐਕਸੈਸਿਵ CSF ਦਾ ਇੰਨਾ ਜ਼ਿਆਦਾ ਪਾਣੀ ਭਰ ਜਾਣਾ ਕਿ ਪੇਸ਼ੈਂਟ ਨੂੰ ਹੈਡੇਕ ਸ਼ੁਰੂ ਹੋ ਜਾਣਾ। ਸਿੰਪਟਮਸ ਕਿੱਦਾਂ ਪੇਸ਼ੈਂਟ ਸਾਡੇ ਕੋਲ ਪ੍ਰੈਜ਼ੈਂਟ ਕਰਦਾ, ਪੇਸ਼ੈਂਟ ਨੂੰ ਹੈਡੇਕ ਹੋਏਗਾ, ਇਹੋ ਜਿਹਾ ਹੈਡੇਕ ਹੋਏਗਾ ਨੂੰ ਆਪਾਂ ਹੋ ਸਕਦਾ ਥੰਡਰ ਕਲੈਪ ਹੈਡੇਕ ਹੋਵੇ ਪੇਸ਼ੈਂਟ ਨੂੰ ਇਹੋ ਜਿਹਾ ਹੈਡੇਕ ਹੋਵੇ ਜਿਹੜਾ ਕਿ ਮੈਡੀਸਨਸ ਨੋਰਮਲ ਪੇਨ ਕਿਲਰਸ ਲੈਣ ਜਾਂ ਐਂਟੀ ਮਾਈਗ੍ਰੇਨ ਡਰੱਗਸ ਲੈਣ ਨਾਲ ਜਾਂ ਨੋਰਮਲ ਡਰੱਗਸ ਲੈਣਾ ਵੀ ਠੀਕ ਨਾ ਹੋਵੇ ਪੇਨ ਕਿਲਰਸ ਨਾਲ। ਸੋ ਪੇਸ਼ੈਂਟ ਨੂੰ ਹੈਡੇਕ ਹੋਏਗਾ, ਹੈਡੇਕ ਦੇ ਨਾਲ ਉਹ ਕਹੇਗਾ ਮੈਨੂੰ ਅੱਖਾਂ 'ਚੋਂ ਹੌਲੀ ਹੌਲੀ ਝੋਲਾ ਪੈਂਦਾ, ਮੈਨੂੰ ਝੋਲਾ ਪੈ ਕੇ ਮੇਰੀ ਰੋਸ਼ਨੀ ਹੌਲੀ ਹੌਲੀ ਮੈਨੂੰ ਲੱਗਦਾ ਮੇਰੀ ਨਜ਼ਰ ਵੀਕ ਹੋ ਰਹੀ ਹੈ, ਠੀਕ ਹੈ। ਸੋ ਦਿਮਾਗ ਤੋਂ ਕਨੈਕਸ਼ਨ ਸਿੱਧਾ ਆਈ ਤੱਕ, ਸੋ ਪੇਸ਼ੈਂਟ ਨੂੰ ਦਿਖਣਾ ਹੌਲੀ ਹੌਲੀ ਬੰਦ ਹੋ ਸਕਦਾ ਉਹਦੇ ਕਰਕੇ। ਸੋ ਇਹਨੂੰ ਪ੍ਰੀਵੈਂਟ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਸਿੰਪਟਮਸ ਸ਼ੁਰੂ ਹੁੰਦੇ TB ਦੇ ਨੋਰਮਲ, ਜਿੱਦਾਂ ਪੇਸ਼ੈਂਟ ਨੂੰ ਕੋਈ ਜਨਰਲ TB ਹੈ, ਆਪਾਂ ਕਹਿ ਸਕਦੇ ਹਾਂ ਬੋਡੀ ਦਾ ਇੱਕ ਲੰਗ ਹੈ, ਲੰਗਸ ਨੂੰ ਇਨਵੋਲਵ ਕਰ ਗਈ TB ਦੇ ਸਿੰਪਟਮਸ ਉਹੀ ਰਹਿਣਗੇ ਨੂੰ। ਪੇਸ਼ੈਂਟ ਨੂੰ ਨੌਨ ਸਪੈਸੀਫਿਕ ਸਿੰਪਟਮਸ ਕਈ ਵਾਰ ਆ ਜਾਂਦੇ ਟਿਊਬਰਕੁਲਰ ਮੈਨਿਨਜਾਈਟਿਸ 'ਚ, ਕਰੈਕਟਰਿਸਟਿਕਲੀ ਫੀਵਰ ਨਾ ਪ੍ਰੈਜ਼ੈਂਟ ਨਹੀਂ ਕਰਦਾ। ਆਪਾਂ ਕਹਿੰਦੇ ਹਾਂ ਕੌਨਸਟੀਟਿਊਸ਼ਨਲ ਸਿੰਪਟਮਸ, ਮਤਲਬ ਫਟੀਗ, ਮਲੇਸ, ਇਹ ਆਪਾਂ ਸਿੰਪਟਮਸ ਜਿੱਦਾਂ ਕਹਿੰਦੇ ਹਾਂ ਭੁੱਖ ਨਹੀਂ ਲੱਗਣਾ, ਲਾਸ ਆਫ ਐਪੀਟਾਈਟ ਕਹਿੰਦੇ ਹਾਂ, ਫਟੀਗ, ਬਹੁਤ ਥਕਾਵਟ ਰਹਿਣੀ ਸਾਰਾ ਦਿਨ, ਫੇਸ ਦਾ ਕਲਰ ਚੇਂਜ ਹੋ ਜਾਣਾ, ਇੱਕਦਮ ਅਨੀਮੀਆ ਹੋ ਜਾਣਾ ਉਹਨੂੰ, ਠੀਕ ਹੈ, ਵਿਦਿਨ 2 to 3 months, ਸਬ ਅਕਿਊਟ ਮੈਨਿਨਜਾਈਟਿਸ ਕਹਿੰਦੇ ਹਾਂ ਅਸੀਂ ਇਹਨੂੰ, TB ਮੈਨਿਨਜਾਈਟਿਸ ਨੂੰ। ਸੋ ਬ੍ਰੇਨ 'ਚੋਂ ਅਬਸਟਰਕਸ਼ਨ ਹੋਣ ਦੇ ਕਰਕੇ ਇੰਨਾ ਕੁਝ ਹੋ ਸਕਦਾ ਪੇਸ਼ੈਂਟ ਨੂੰ, ਫਟੀਗ ਹੋ ਗਈ, ਮਲੇਸ ਹੋ ਗਿਆ, ਅਨੀਮੀਆ ਹੋ ਗਿਆ, ਲਾਸ ਆਫ ਐਪੀਟਾਈਟ ਹੋ ਗਈ, ਲਾਸ ਆਫ ਵੇਟ ਹੋ ਗਿਆ, ਸਿਗਨੀਫਿਕੈਂਟ ਵੇਟ ਲਾਸ ਹੋ ਗਿਆ ਪੇਸ਼ੈਂਟ ਨੂੰ। ਵੇਟ ਲਾਸ ਹੋਣ ਤੋਂ ਬਾਅਦ ਪੇਸ਼ੈਂਟ ਹੌਲੀ ਹੌਲੀ ਪੇਸ਼ੈਂਟ ਨੂੰ ਬੈਲੈਂਸ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ, ਪੇਸ਼ੈਂਟ ਨੂੰ ਚੱਲਣ ਦੀ ਪ੍ਰੋਬਲਮ ਸ਼ੁਰੂ ਹੋ ਸਕਦੀ ਹੈ, ਕਿਉਂਕਿ ਹਾਈਡਰੋਸੈਫਲਸ ਕੈਨ ਕਾਜ਼ ਗੇਟ ਪ੍ਰੋਬਲਮਸ ਮਤਲਬ ਬੈਲੈਂਸ ਪ੍ਰੋਬਲਮਸ, ਮਤਲਬ ਤੁਰਨ ਦੇ ਵਿੱਚ ਪੇਸ਼ੈਂਟ ਡਗਮਗਾਊਗਾ, ਪੇਸ਼ੈਂਟ ਨੂੰ ਤੁਰਨ ਲੱਗੂਗਾ ਮੈਂ ਡਿੱਗਣ ਨੂੰ ਪੈ ਰਿਹਾ ਇੱਕ ਸਾਈਡ ਨੂੰ, ਜਾਂ ਮੈਂ ਤੁਰਦੇ ਮੈਨੂੰ ਠੋਡਾ ਲੱਗ ਰਿਹਾ, ਮੈਂ ਡਿੱਗ ਰਿਹਾ। ਸੋ ਬੈਲੈਂਸ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਦੇ ਕਰਕੇ। ਸੋ ਇਹਨੂੰ ਆਪਾਂ ਕੰਟਰੋਲ ਟਾਈਮ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ। ਹੁਣ ਆਪਾਂ ਕਹਿੰਦੇ ਕਿ ਇਹ ਹੁੰਦੀ ਕਿੱਦਾਂ, ਇਹ ਕਿੱਦਾਂ ਜਾਂਦੀ ਹੈ ਲੰਗਸ ਤੋਂ ਬ੍ਰੇਨ, ਇਹ ਡੈਫੀਨੇਟਲੀ ਡਿਫਰੈਂਟ ਫੋਕਸ ਰਹਿੰਦੇ ਆ ਲੰਗਸ ਤੋਂ ਬ੍ਰੇਨ ਦੇ ਵਿੱਚ, ਡਿਫਰੈਂਟ ਫੋਕਸ ਹੈ, ਇਹਦੇ ਲੰਗ ਦੇ ਵਿੱਚ ਡਿਫਰੈਂਟ ਫੋਕਸ ਹੈ। ਸੋ ਦੇਰ ਇਜ਼ ਸਮਥਿੰਗ ਕਾਲਡ ਆਪਾਂ ਕਹਿੰਦੇ ਹਾਂ ਰਿਚ ਫੋਕਸ, RICH, ਬ੍ਰੇਨ 'ਚ ਜਾਣ ਲਈ ਰਿਚ ਫੋਕਸ ਬਣ ਜਾਂਦਾ ਡਿਊਰਿੰਗ ਥਰੂ ਦਾ ਬਲੱਡ, ਹੈਮੈਟੋਜੀਨਸ ਸਪਰੈਡ ਕਹਿੰਦੇ ਅਸੀਂ, ਮਤਲਬ ਥਰੂ ਦਾ ਬਲੱਡ ਥਰੂ ਲੰਗਸ ਤੋਂ ਹੈਮੈਟੋਜੀਨਸ ਸਪਰੈਡ ਦੇ ਨਾਲ ਇਟ ਗੋਜ਼ ਟੂ ਦਾ ਬ੍ਰੇਨ ਐਂਡ ਫਾਰਮਸ ਅ ਫੋਕਸ, ਮਤਲਬ ਫੋਕਸ ਬਣ ਜਾਂਦਾ, ਇੱਕ ਏਰੀਆ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਰਿਚ ਫੋਕਸ,
ਠੀਕ ਹੈ। ਜਿੱਦਾਂ ਆਪਾਂ ਲੰਗਸ ਦੇ ਵਿੱਚ ਗੋਨ ਫੋਕਸ ਕਰਨੇ GHON, ਉਸੇ ਤਰ੍ਹਾਂ ਬ੍ਰੇਨ ਦੇ ਵਿੱਚ ਰਿਚ ਫੋਕਸ ਹੁੰਦਾ, ਹਮਾਨ ਰਿਚ ਫੋਕਸ ਸਾਡੀ ਲੈਂਗੁਏਜ 'ਚ ਇਹਨੂੰ ਕਹਿੰਦੇ। ਉਹ ਰਿਚ ਫੋਕਸ ਬਣਨ ਦੇ ਕਰਕੇ ਪੇਸ਼ੈਂਟ ਨੂੰ ਪ੍ਰੋਬਲਮਸ ਸਾਰੀਆਂ ਸ਼ੁਰੂ ਹੋ ਜਾਂਦੀਆਂ। ਐਕਿਊਮੂਲੇਸ਼ਨ ਵਾਟਰ ਦਾ ਸ਼ੁਰੂ ਹੋ ਜਾਣਾ, ਅਰਲੀ ਚੇਂਜਸ ਸ਼ੁਰੂ ਹੋ ਜਾਂਦੀਆਂ ਪਾਣੀ ਭਰਨ ਦੀਆਂ, ਹਾਈਡਰੋਸੈਫਲਸ, ਅਰਲੀ ਹਾਈਡਰੋਸੈਫਲਸ ਅਗਰ ਕਿਸੇ ਨੂੰ ਸ਼ੁਰੂ ਹੋ ਜਾਂਦਾ ਹੈ ਵਿਦਿਨ ਫਿਊ ਵੀਕਸ ਸਬ ਐਕਿਊਟ ਸਟੇਜ ਦੇ ਵਿੱਚ, ਦੈਨ ਵੀ ਥਿੰਕ ਇਨ ਟਰਮਸ ਆਫ ਦ TB ਮੈਨੇਜਾਈਟਿਸ। ਹੋਰ ਕਿਹੜੇ ਸਾਈਨਸ ਹੋ ਸਕਦੇ ਇਹਨਾਂ ਦੇ TB ਮੈਨੇਜਾਈਟਿਸ ਦੇ? ਇੱਕ ਸਾਈਨ ਹੁੰਦਾ ਹੈ ਪੇਸ਼ੈਂਟ ਦੀ ਨੈਕ ਪੇਨ ਸ਼ੁਰੂ ਹੁੰਦੀ ਹੈ। ਕਈ ਵਾਰ ਪੇਸ਼ੈਂਟ ਨੂੰ ਪਾਣੀ ਭਰਨ ਦੇ ਕਰਕੇ ਨੈਕ ਪੇਨ ਸ਼ੁਰੂ ਹੋ ਜਾਂਦੀ। ਕਈ ਵਾਰ ਕੀ ਹੁੰਦਾ ਮੈਨੇਂਜਲ ਸਾਈਨਸ, ਕਿਉਂਕਿ ਜਿਹੜੀਆਂ ਲੇਅਰਸ ਹੁੰਦੀਆਂ ਉਹ ਸਟ੍ਰੈਚ ਹੁੰਦੀਆਂ ਪ੍ਰੈਸ਼ਰ ਦੇ ਕਰਕੇ, ਪ੍ਰੈਸ਼ਰ ਵੱਧ ਗਿਆ ਬ੍ਰੇਨ ਦਾ, ਇੰਟਰਾਕ੍ਰੇਨੀਅਲ ਪ੍ਰੈਸ਼ਰ ਵਧਣ ਦੇ ਕਰਕੇ ਸਟ੍ਰੈਚ ਹੁੰਦੀਆਂ, ਮੈਨੇਂਜਸ ਸਟ੍ਰੈਚ ਹੋ ਜਾਂਦੀਆਂ। ਉਹਦੇ ਕਰਕੇ ਪੇਸ਼ੈਂਟ ਨੂੰ ਨੈਕ ਪੇਨ ਹੋਏਗੀ, ਸੀਵੀਅਰ ਨੈਕ ਪੇਨ ਹੋਏਗੀ, ਧੌਣ ਥੱਲੇ ਕਰੂਗਾ ਨੈਕ ਪੇਨ ਹੋਏਗੀ, ਲੈਫਟ ਰਾਈਟ ਜਿੱਧਰ ਮਰਜੀ ਮੂਵ ਕਰੇ ਪੇਸ਼ੈਂਟ ਕੈਨ ਡਿਵੈਲਪ ਸੀਵੀਅਰ ਨੈਕ ਪੇਨ, ਜਿਹੜੀ ਕਿ ਨੋਰਮਲ ਆਪਾਂ ਮਸਲ ਰਿਲੈਕਸੈਂਟਸ ਜਾਂ ਦੇਣ ਨਾਲ ਨਹੀਂ ਹੋਏਗੀ। ਤੇ ਜਦੋਂ ਵੀ ਪੇਸ਼ੈਂਟ ਕਫ ਕਰੇਗਾ ਜਾਂ ਪੇਸ਼ੈਂਟ ਇੱਕਦਮ ਸਟ੍ਰੇਨਿੰਗ ਕਰੂਗਾ, ਸਟੂਲਸ ਪਾਸ ਕਰਨ ਗਿਆ ਸਵੇਰੇ, ਇੱਕਦਮ ਖੰਗਿਆ, ਉਹਦੇ ਨਾਲ ਵੀ ਪੇਨ ਬਹੁਤ ਜ਼ਿਆਦਾ ਹੋਈ। ਸੋ ਥੀਸ ਆਰ ਸਾਈਨਸ ਆਫ ਰੇਜ਼ਡ ਇੰਟਰਾਕ੍ਰੇਨੀਅਲ ਟੈਂਸ਼ਨ, ਮਤਲਬ ਬ੍ਰੇਨ ਦਾ ਪ੍ਰੈਸ਼ਰ ਵਧਿਆ ਹੋਇਆ ਹਾਈਡਰੋਸੈਫਲਸ ਦੇ ਕਰਕੇ, ਇਸ ਕਰਕੇ ਪੇਸ਼ੈਂਟ ਨੂੰ ਸਾਰੀਆਂ ਪ੍ਰੋਬਲਮ ਸ਼ੁਰੂ ਹੋ ਗਈਆਂ। ਸੋ ਪੇਸ਼ੈਂਟ ਨੂੰ ਬਹੁਤ ਪੇਨ ਹੋਏਗੀ। ਕਈ ਵਾਰ ਪੇਸ਼ੈਂਟ ਸਿਨਕੋਪ ਚਲਾ ਜਾਂਦਾ ਉਸੇ ਟਾਈਮ, ਐਕਸਟ੍ਰੀਮਲੀ ਕਫ ਕੀਤਾ, ਵੇਸੋਵੇਗਲ ਅਟੈਕ ਹੋ ਗਿਆ ਉਸੇ ਟਾਈਮ। ਸੋ ਥੀਸ ਸਿੰਪਟਮਸ ਹੈਜ਼ ਟੂ ਬੀ ਅਵੋਇਡਡ। ਇਹਨਾਂ ਪੇਸ਼ੈਂਟਸ ਨੂੰ ਅਰਲੀ ਤੋਂ ਅਰਲੀ ਪਿਕਅਪ ਕਰਕੇ ਪੇਸ਼ੈਂਟ ਨੂੰ ਆਪਾਂ ਨੂੰ ਟ੍ਰੀਟ ਕਰਨਾ ਚਾਹੀਦਾ ਹੈ। ਨੈਕਸਟ ਕੁਐਸਚਨ ਆਉਂਦਾ ਹੈ ਕਿ ਇਹਨੂੰ ਆਪਾਂ ਸੋਚਨੇ ਇਸ ਬਿਮਾਰੀ ਨੂੰ ਆਪਾਂ ਹੋਰ ਹਾਈਡਰੋਸੈਫਲਸ ਕੱਲਾ ਮੈਨੇਂਜਾਈਟਿਸ ਕਰਕੇ ਹੁੰਦਾ? ਨਹੀਂ, ਇਹ ਹੋਰ ਵੀ ਕਾਜ਼ਸ ਨੇ। ਹੁਣ ਇਹਦੇ ਵਿੱਚ ਤੇ ਕਮਿਊਨੀਕੇਟਿੰਗ ਹਾਈਡਰੋਸੈਫਲਸ ਹੁੰਦਾ ਨਾ, ਤੇ ਨਾਨ ਕਮਿਊਨੀਕੇਟਿੰਗ। ਕਮਿਊਨੀਕੇਟਿੰਗ ਮਤਲਬ ਨਾਨ ਅਬਸਟ੍ਰਕਟਿਵ, ਮਤਲਬ ਪੇਸ਼ੈਂਟ ਨੂੰ ਅਬਸਟ੍ਰਕਸ਼ਨ ਹੈ CSF ਦੀ ਅਬਜ਼ੌਰਪਸ਼ਨ ਹੋਣ ਤੇ, CSF ਦੇ ਅਬਜ਼ੌਰਪਸ਼ਨ ਹੋਣ ਤੇ ਡਿਫਰੈਂਟ ਅਬਜ਼ੌਰਬ ਨਹੀਂ ਹੋ ਰਿਹਾ। ਉਹਦੇ ਵਿੱਚ ਜਿਵੇਂ ਮੈਨੇਂਜਾਈਟਿਸ ਇੱਕ ਕਾਜ਼ ਆ, ਇੱਕ ਬਿਮਾਰੀ ਹੁੰਦੀ ਹੈ ਆਪਾਂ ਕਹਿੰਦੇ ਕਿ ਬ੍ਰੇਨ ਦੇ ਕਹਿੰਦੇ ਨਾ ਇੱਕਦਮ ਛੱਲਾ, ਉਹ ਕੋਈ ਗੁੱਛਾ ਸੀਗਾ ਫਟ ਗਿਆ, SAH ਕਹਿੰਦੇ ਉਹਨੂੰ, ਉਹਦੇ ਕਰਕੇ ਪ੍ਰੋਬਲਮ ਆ ਸਕਦੀ ਹੈ। ਹੋਰ ਹਾਈਡਰੋਸੈਫਲਸ ਹੁੰਦਾ ਨਾਨ ਕਮਿਊਨੀਕੇਟਿੰਗ। ਨਾਨ ਕਮਿਊਨੀਕੇਟਿੰਗ ਮਤਲਬ ਅਬਸਟ੍ਰਕਸ਼ਨ ਹੈ, ਕਿਤੇ ਬ੍ਰੇਨ ਦੇ ਤਿੰਨ ਆਊਟਫਲੋ ਹੈ, ਮੇਨ ਵੈਂਟ੍ਰਿਕਲ, ਜਿੱਦਾਂ ਲੈਟਰਲ, ਥਰਡ ਤੇ ਫੋਰਥ, ਕਿਤੇ ਨਾ ਕਿਤੇ ਉਹਨਾਂ ਦੇ ਜਿਹੜਾ ਪਾਥਵੇ ਉਹਦੇ ਵਿੱਚ ਅਬਸਟ੍ਰਕਸ਼ਨ ਹੋਈ। ਜ਼ਿਆਦਾ ਤੋਂ ਜ਼ਿਆਦਾ ਮੋਸਟ ਕਾਮਨ ਕਾਜ਼ਸ ਜਿਹੜੇ ਇਸ ਹਾਈਡਰੋਸੈਫਲਸ ਦੇ ਹੁੰਦੇ, ਟਿਊਮਰਸ ਹੁੰਦੇ, ਜਿੱਦਾਂ ਬ੍ਰੇਨ ਟਿਊਮਰਸ ਹੁੰਦੇ ਜ਼ਿਆਦਾ, ਜਾਂ ਉੱਥੇ ਕੋਈ ਰਸੌਲੀ ਪਈ ਹੈ, ਸਿਸਟ ਪਈ, ਇਹਨਾਂ ਦੇ ਕਰਕੇ ਹਾਈਡਰੋਸੈਫਲਸ ਹੋ ਸਕਦਾ। ਸੋ ਹਾਈਡਰੋਸੈਫਲਸ ਨੂੰ ਅਰਲੀ ਸਟੇਜ 'ਤੇ ਫੜਨਾ ਇਜ਼ ਵੈਰੀ ਇੰਪੋਰਟੈਂਟ, ਬਿਕੋਜ਼ ਅਬਸਟ੍ਰਕਸ਼ਨ ਐਨੀਵੇਅਰ ਕਿਤੇ ਵੀ ਹੋਵੇ ਇਟ ਕੈਨ ਲੀਡ ਟੂ ਦ ਸਡਨ ਹੈਡੇਕ, ਤੇ ਪੇਸ਼ੈਂਟ ਕੋ ਹੈਡੇਕ ਬਰਦਾਸ਼ਤ ਨਹੀਂ ਹੁੰਦਾ, ਪੇਸ਼ੈਂਟ ਨੂੰ ਸੀਜ਼ਰ ਆਣੇ ਸ਼ੁਰੂ ਹੋ ਸਕਦੇ, ਇੱਕਦਮ ਦੌਰੇ ਪੈਣੇ ਸ਼ੁਰੂ ਹੋ ਸਕਦੇ। ਦੌਰੇ ਪੈਣ ਤੋਂ ਬਾਅਦ ਪੇਸ਼ੈਂਟ ਨੂੰ, ਇਹਨੂੰ ਆਪਾਂ ਕਹਿੰਦੇ ਰਿਫਰੈਕਟਰੀ ਸੀਜ਼ਰ। ਕਈ ਵਾਰ ਇੰਨੇ ਸੀਜ਼ਰ ਆਉਂਦੇ ਪੇਸ਼ੈਂਟ ਰਿਫਰੈਕਟਰੀ ਸੀਜ਼ਰਸ ਤੱਕ ਚਲਾ ਜਾਂਦਾ, ਕਿਉਂਕਿ TB ਮੈਨੇਂਜਾਈਟਿਸ ਇੱਦਾਂ ਦੀ ਬਿਮਾਰੀ ਹੈ ਜਿਹੜੀ ਕਿ ਬ੍ਰੇਨ ਦੇ ਮੇਨ ਆਰਗਨ ਬ੍ਰੇਨ ਸਟੈਮ ਨੂੰ ਵੀ ਇਨਵੋਲਵ ਕਰ ਜਾਂਦੀ ਹੈ। ਬ੍ਰੇਨ ਸਟੈਮ ਨੂੰ ਇਨਵੋਲਵ ਕਰ ਜਾਂਦੀ ਹੈ, ਬ੍ਰੇਨ ਸਟੈਮ ਦੇ ਸਿੰਪਟਮਸ ਆਣੇ ਸ਼ੁਰੂ ਹੋ ਜਾਂਦੇ ਪੇਸ਼ੈਂਟ ਨੂੰ ਇੱਕਦਮ ਦਿਖਣਾ ਝੋਲਾ ਬੰਦ ਹੋ ਜਾਊਗਾ, ਅੱਖਾਂ ਐ ਗੋਲ ਗੋਲ ਘੁੰਮਣੀਆਂ ਸ਼ੁਰੂ ਹੋ ਜਾਣਗੀਆਂ, ਸੀਜ਼ਰਸ ਲਗਾਤਾਰ ਕੰਟਰੋਲ ਹੀ ਨਹੀਂ ਹੋਣਗੇ। ਜਦੋਂ ਇਹ ਚੀਜ਼ਾਂ ਪ੍ਰੋਬਲਮ ਸ਼ੁਰੂ ਹੁੰਦੀਆਂ ਉਦੋਂ ਤੱਕ ਪੇਸ਼ੈਂਟ ਲੇਟ ਹੋ ਚੁੱਕਾ ਹੁੰਦਾ, ਫਿਰ ਰਿਫਰੈਕਟਰੀ ਐਪੀਲੈਪਸੀ ਤੱਕ ਪਹੁੰਚ ਜਾਂਦਾ ਪੇਸ਼ੈਂਟ, ਸੀਜ਼ਰਸ ਕੰਟਰੋਲ ਨਹੀਂ ਹੋ ਰਹੇ, ਤੇ ਅਲਟੀਮੇਟਲੀ ਫਿਰ ਮੋਰਟੈਲਿਟੀ ਹੋਣ ਦੇ ਚਾਂਸਸ ਉਨੇ ਹੀ ਵੱਧ ਜਾਂਦੇ ਪੇਸ਼ੈਂਟ। ਸੋ ਇਹਨਾਂ ਨੂੰ ਅਰਲੀ ਸਟੇਜਸ ਤੇ ਫੜਨਾ ਇਟ ਇਜ਼ ਵੈਰੀ ਇੰਪੋਰਟੈਂਟ, ਐਂਡ ਆਪਾਂ ਨੂੰ ਡੈਫੀਨੇਟਲੀ ਜਲਦੀ ਤੋਂ ਜਲਦੀ ਆਪਣੇ ਡਾਕਟਰ ਨੂੰ ਸਲਾਹ ਲੈਣੀ ਚਾਹੀਦੀ ਅਗਰ ਤੁਹਾਨੂੰ ਇਹੋ ਜਿਹੇ ਸਿੰਪਟਮਸ ਬੋਡੀ ਵਿੱਚ ਦਿਖਦੇ ਹੈ। ਈਵਨ ਨਾਰਮਲ ਪੇਸ਼ੈਂਟ ਦੇ ਵਿੱਚ ਜਾਂ ਕੋਈ ਅਨਡਾਇਗਨੋਸਡ, ਜਿੱਦਾਂ ਪਲਮਨਰੀ TB ਅਨਡਾਇਗਨੋਸਡ ਰਹਿ ਜਾਂਦੀ ਹੈ, ਉਹਦੇ ਕਰਕੇ ਵੀ ਪੇਸ਼ੈਂਟ ਨੂੰ ਸਿੱਧਾ ਬ੍ਰੇਨ ਦੀ TB ਲੇਟ ਸਟੇਜ ਤੇ ਪਹੁੰਚਦਾ ਉਦੋਂ ਤੱਕ। ਸੋ ਅਰਲੀ ਸਟੇਜ 'ਚ ਹਰ ਚੀਜ਼ ਨੂੰ ਫੜਨਾ ਇਟ ਇਜ਼ ਵੈਰੀ ਇੰਪੋਰਟੈਂਟ। ਸੋ ਸੈਕਿੰਡ ਕੁਐਸਚਨ ਆਉਂਦਾ ਆਪਾਂ ਨੂੰ ਕਿੱਦਾਂ ਡਾਇਗਨੋਸ ਹੋਰ ਕਲੀਨਿਕਲੀ ਕਿੱਦਾਂ ਇਹ ਦੋਗੇ ਨੇ ਕਲੀਨਿਕਲ ਮੈਥਡਸ, ਆਪਾਂ ਹੁਣ ਕਿੱਦਾਂ ਇਹਨੂੰ ਡਾਇਗਨੋਸ ਕਰ ਸਕਦੇ ਹਾਂ। ਆਪਾਂ ਸਭ ਤੋਂ ਪਹਿਲਾਂ ਤੇ MRI ਕਰਵਾਉਂਦੇ ਹਾਂ। ਇਹਨਾਂ ਦੀ MRI ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਚੱਲ ਜਾਂਦਾ ਕਿ ਬ੍ਰੇਨ ਦਾ ਜਿਹੜਾ ਆਊਟਫਲੋ ਕਿੱਥੇ ਅਬਸਟ੍ਰਕਟ ਹੈ, ਕਿਹੜੇ ਲੈਵਲ ਤੇ ਅਬਸਟ੍ਰਕਟ ਹੈ। ਫਿਰ ਆਪਾਂ ਨੂੰ ਪਤਾ ਸਕਦਾ ਹਾਂ ਇਹ ਬ੍ਰੇਨ ਸਟੈਮ ਇਨਵੋਲਵ ਹੈ, ਕਿ ਥੈਲੇਮਸ ਇਨਵੋਲਵ ਹੈ, ਕਿ ਬ੍ਰੇਨ ਦਾ ਪੈਰੇਨਕਾਈਮਾ ਇਨਵੋਲਵ ਹੈ। ਆਪਾਂ ਨੂੰ ਇਹ ਬ੍ਰੇਨ ਦੇ ਤਿੰਨ ਸਟਰਕਚਰਸ ਅੱਡ ਨੇ ਜਿਹਨੂੰ TB ਜਾ ਕੇ ਫੜਦੀ। ਸੋ ਸੈਰੀਬੈਲਮ ਇਨਵੋਲਵ ਹੈ, ਮਲਟੀਪਲ ਏਰੀਆਜ਼ ਇਨਵੋਲਵ ਹੋ ਜਾਂਦੇ, ਇਹਨੂੰ ਆਪਾਂ ਟਿਊਬਰਕਲੋਮਾਸ ਕਹਿੰਦੇ ਹਾਂ। ਛੋਟੇ ਜਿੱਦਾਂ ਨਾ ਰਿੰਗ ਨਹੀਂ ਹੁੰਦੀ, ਰਿੰਗ ਆਪਾਂ ਕਹਿੰਦੇ ਰਿੰਗ ਇਨਹਾਂਸਿੰਗ ਲੀਸ਼ਨਸ, ਉੱਦਾਂ ਛੋਟੇ ਪੈਦਾ ਸ਼ੁਰੂ ਹੋ ਜਾਂਦੇ। ਕੋਈ ਕਿਸੇ ਏਰੀਆ ਨੂੰ ਫੜ ਲੇਗਾ, ਕੋਈ ਕਿਸੇ ਏਰੀਆ ਨੂੰ ਫੜ ਲੇਗਾ, ਮਲਟੀਪਲ ਆਣੀ ਸ਼ੁਰੂ ਹੋ ਜਾਣਗੇ। ਉਹ ਕਿਤੇ ਵੀ ਜਾ ਕੇ ਫਸ ਗਿਆ ਉਹ ਗੁੱਛਾ, ਉਹਨੇ ਉਸ ਏਰੀਆ ਨੂੰ ਅਬਸਟ੍ਰਕਟ ਕਰ ਦੇਣਾ ਤੇ ਪਾਣੀ ਭਰਨਾ ਸ਼ੁਰੂ ਹੋ ਜਾਣਾ, ਅੱਗੇ ਫਲੋ ਜਾਣਾ ਹੀ ਨਹੀਂ। ਸੋ ਇਹ ਇਜ਼ ਵੈਰੀ ਇੰਪੋਰਟੈਂਟ ਟੂ ਫਾਈਂਡ ਇਟ ਅਰਲੀ ਬਾਈ MRI ਕਿ ਇਹਨੂੰ ਕੀ ਪ੍ਰੋਬਲਮ ਹੈ। ਕੰਟਰਾਸਟ ਕਰਦੇ ਆਪਾਂ MRI ਟੂ ਰੂਲ ਆਊਟ, ਠੀਕ ਹੈ, ਕੋਈ ਇਨਹਾਂਸਿੰਗ ਟਿਊਬਰਕਲੋਮਾਸ ਹੈਗੀ ਕਿ ਨਹੀਂ। ਸੋ ਸੈਕਿੰਡ ਇਜ਼ ਆਪਾਂ ਗੋ ਫॉर CSF। ਆਪਾਂ ਕਹਿੰਦੇ ਨਾ ਸਪਾਈਨ 'ਚੋਂ ਪਾਣੀ ਲੈਣਾ, ਆਪਾਂ ਰੀਪ ਦੇ ਅੱਡੀ 'ਚੋਂ ਪਾਣੀ ਕੱਢਦੇ ਹਾਂ, ਡੈਫੀਨੇਟਲੀ CSF 'ਚੋਂ ਪਾਣੀ ਕੱਢ ਲੈ ਕੇ ਆਪਾਂ ਉਹਨੂੰ ਟੈਸਟ ਲਈ ਭੇਜਦੇ ਹਾਂ। ਆਪਾਂ ਟੈਸਟਿੰਗ ਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਹੈ ਕਿ ਕਿੰਨੇ % ਇਨਫੈਕਸ਼ਨ ਹੈ, ਕਿੰਨੀ ਲੈਵਲ ਤੱਕ ਇਨਫੈਕਸ਼ਨ ਹੈ, ਕਿਉਂਕਿ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਇਹ ਪਤਾ ਚੱਲੂਗਾ ਕਿ ਕਿੰਨੀ ਸਿਵੀਅਰਿਟੀ ਹੈ, ਮਾਈਲਡ ਹੈ, ਮੋਡਰੇਟ ਹੈ, ਸੀਵੀਅਰ ਹੈ। ਸੋ ਆਪਾਂ ਨੂੰ ਪਤਾ ਚੱਲੂਗਾ ਕਿ ਇੰਨਾ ਜ਼ਿਆਦਾ ਇਨਫੈਕਸ਼ਨ, ਇੰਨੇ ਪ੍ਰੋਟੀਨਸ ਹਾਈ ਨੇ, ਸ਼ੂਗਰ ਇੰਨੀ ਲੋ ਹੈ। ਬੇਸਿਕਲੀ ਆਪਾਂ ਇਹਨਾਂ ਕੰਡੀਸ਼ਨਸ ਦੇ ਵਿੱਚ ਆਪਾਂ CSF 'ਚ ਸ਼ੂਗਰ ਤੇ ਪ੍ਰੋਟੀਨ ਲੈਵਲ ਨੂੰ ਮੈਚ ਕਰਦੇ ਹਾਂ
ਤੇ ਆਪਾਂ ਦੇਖਦੇ ਕਿਹੜੇ ਸੈਲਸ ਪ੍ਰੀਡੋਮੀਨੈਂਟ ਹੁੰਦੇ ਨੇ। ਬੇਸਿਕਲੀ ਆਪਾਂ ਲਿੰਫੋਸਾਈਟਸ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ, ਉਹ ਪ੍ਰੀਡੋਮੀਨੈਂਟ ਦਿਖਦੇ ਨੇ। 95% ਤੱਕ ਪ੍ਰੀਡੋਮੀਨੈਂਸ ਹੁੰਦੀ ਹੈ ਇਹਨਾਂ ਦੀ। ਵੈਰੀ ਹਾਈ ਪ੍ਰੋਟੀਨ ਹੁੰਦਾ, ਸ਼ੂਗਰ ਘਟ ਜਾਂਦੀ ਹੈ। ਸੋ ਇਸ ਕੁਝ ਪੈਰਾਮੀਟਰਸ ਨੇ ਜਿਹੜੇ ਆਪਾਂ ਫੋਲੋ ਕਰਦੇ ਹਾਂ ਇਹਨੂੰ ਰੂਲ ਆਊਟ ਕਰਨ ਲਈ TBM ਨੂੰ। ਸੋ ਇਹ ਇੱਕ ਬਹੁਤ ਕਾਮਨ ਕਾਜ਼ ਹੈ TBM, ਤੇ ਬਹੁਤ ਈਜ਼ੀਲੀ ਦੇਖਣ ਨੂੰ ਮਿਲਦਾ ਹੈ ਐਂਡ ਅਨਡਾਇਗਨੋਸ ਵੀ ਹੋ ਜਾਂਦਾ ਹੈ। ਜਦੋਂ ਤੱਕ ਪੇਸ਼ੈਂਟ ਪਹੁੰਚਦਾ ਹੈ ਉਦੋਂ ਤੱਕ ਪੇਸ਼ੈਂਟ ਨੂੰ ਡੈਫੀਨੇਟਲੀ ਕੁਝ ਹੋਰ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਕੁਝ ਰੋਲ ਸਟੀਰੋਇਡਸ ਦਾ ਵੀ ਹੁੰਦਾ ਇਹਦੇ ਵਿੱਚ, ਜੋ ਬ੍ਰੇਨ ਦਾ ਕੁਛ ਨਾ ਕੁਛ, ਮੈਂ TB ਦੇ ਵਿੱਚ ਸਟੀਰੋਇਡ ਦਾ ਵੀ ਕੁਝ ਰੋਲ ਹੈ, ਡੈਕਸਾਮੀਥਾਜ਼ੋਨ ਦਾ ਆਪਾਂ ਯੂਜ਼ ਕਰਦੇ ਹਾਂ। ਸੋ ਕੁਛ ਨਾ ਕੁਛ ਆਪਾਂ ਇਸ ਪੈਰਾਮੀਟਰਸ ਨੂੰ ਕੰਟਰੋਲ ਕਰਨਾ ਬਹੁਤ ਇੰਪੋਰਟੈਂਟ ਹੈ। ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਇਹਦੇ ਲੱਛਣ ਕੀ ਆ ਔਰ ਇਹ ਕਿਸ ਚੀਜ਼ਾਂ ਤੋਂ ਹੋ ਸਕਦੀ ਹੈ। ਡਾਕਟਰ ਸਾਹਿਬ ਇੱਕ ਹੋਰ ਗੱਲ ਪੁੱਛਣਾ ਚਾਹੁੰਦੇ ਆ, ਜਿਵੇਂ ਤੁਸੀਂ TB ਕਿਹਾ, TB ਆਮ ਤੌਰ ਤੇ ਚੈਸਟ ਦੀ ਹੁੰਦੀ ਹੈ, ਜਿਹਨੂੰ ਟਿਊਬਰਕਲੋਸਿਸ ਕਹਿੰਦੇ ਆ, ਚੈਸਟ ਤੋਂ ਹੁੰਦੀ ਹੈ। ਕੀ ਗੱਲ ਚੈਸਟ ਤੇ ਜਿਹੜੀ ਹਰ ਇੱਕ TB ਜਿਹੜੀ ਆ ਉਹ ਦਿਮਾਗ ਤੱਕ ਜਾ ਸਕਦੀ ਹੈ? ਡਿਪੈਂਡ ਕਰਦਾ ਇਮਿਊਨਿਟੀ ਲੈਵਲ ਤੇ ਪੇਸ਼ੈਂਟ ਦੇ। ਪੇਸ਼ੈਂਟ ਨੂੰ ਹੈਮੈਟੋਜੀਨਸ ਅਨਕੰਟਰੋਲਡ TB, ਬਹੁਤ ਸੀਵੀਅਰ TB ਹੈ, ਠੀਕ ਹੈ, MDR TB ਹੈ, ਤੇ ਪੇਸ਼ੈਂਟ ਨੂੰ ਹੈਮੈਟੋਜੀਨਸ ਸਪਰੈਡ ਦੇ ਥਰੂ, ਬਲੱਡ ਦੇ ਥਰੂ ਬ੍ਰੇਨ ਨੂੰ ਜਾ ਸਕਦੀ ਹੈ। ਨਾਟ ਐਵਰੀ ਪਲਮਰੀ TB ਗੋ ਟੂ ਦ ਬ੍ਰੇਨ। TB ਸਹੀ ਟਾਈਮ ਤੇ ਫੜਨਾ, ਮੈਂ ਉਹੀ ਵਰਡ ਯੂਜ਼ ਕੀਤਾ, ਐਕਚੁਅਲ ਟਾਈਮ ਤੇ ਅਰਲੀ ਟਾਈਮ ਦੇ ਵਿੱਚ ਪਲਮਰੀ ਟਿਊਬਰਕਲੋਸਿਸ ਨੂੰ ਫੜਨਾ ਇੰਪੋਰਟੈਂਟ ਹੈ। ਅਗਰ ਨਹੀਂ ਹੋ ਸਕਦਾ ਤੇ ਪੇਸ਼ੈਂਟ ਲੇਟ ਆਉਂਦਾ ਤੇ ਉਸ ਤਰੀਕ ਤੱਕ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਫੋਕਸ ਪਿਆ ਹੁੰਦਾ। ਜ਼ਰੂਰੀ ਨਹੀਂ ਹੈ ਪਲਮਰੀ TB ਜਾਏਗੀ, ਐਨੀਵੇਅਰ ਇਨ ਦਾ ਬੋਡੀ। ਐਬਡੋਮਿਨਲ TB ਵੀ ਆ, ਉਹਦੇ ਨਾਲ ਵੀ ਪੇਸ਼ੈਂਟ ਨੂੰ ਮੈਨੇਜਸ ਹੋ ਸਕਦੀ ਹੈ। ਮੈਨੇਜਾਈਟਿਸ TB ਬ੍ਰੇਨ, ਉਹਦੇ ਨਾਲ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਕੋਈ ਲੰਗਸ 'ਚ TB ਹੈ ਕਿ ਉਹ ਉੱਤੇ ਜਾਊਗੀ। ਐਬਡੋਮਿਨਲ ਟਿਊਬਰਕਲੋਸਿਸ ਦਾ ਪੇਸ਼ੈਂਟ ਨੂੰ ਹੋ ਸਕਦਾ, ਮੈਟੋਜੀਨਸ ਸਪਰੈਡ ਦੇ ਨਾਲ ਪੇਸ਼ੈਂਟ ਡਿਵੈਲਪ ਕਰ ਸਕਦਾ। ਐਬਡੋਮਿਨਲ ਮਤਲਬ ਕਿ ਪੇਟ ਦੀ? ਹਾਂਜੀ, ਮਤਲਬ ਕਿ ਇੱਕ ਚੈਸਟ ਦੀ TB, ਇੱਕ ਪੇਟ ਦੀ TB, ਇਹ ਦੋਵਾਂ TB ਜਿਹੜੀਆਂ ਹੈਗੀਆਂ ਇਹ ਸਾਡੇ ਦਿਮਾਗ ਤੱਕ ਪਹੁੰਚ ਸਕਦਾ ਹੈ, ਉੱਥੇ ਪਾਣੀ ਰੁਕ ਸਕਦਾ ਹੈ, ਜਿਹਦੇ ਨਾਲ ਕਿ ਇੱਕ ਸੀਰੀਅਸ ਜਿਹੜੀ ਹੈ ਬਿਮਾਰੀ ਉਹ ਇੱਕ ਰੂਪ ਲੈ ਸਕਦੀ ਹੈ। ਡਾਕਟਰ ਸਾਹਿਬ ਨੇ ਜਿਵੇਂ ਇਸ ਉਹਦੇ 'ਚ ਡਿਟੇਲ ਦੇ ਵਿੱਚ ਦੱਸਿਆ। ਹੁਣ ਇਸ ਤੋਂ ਜਿਹੜੇ ਇੱਕ ਲੱਛਣ ਦੱਸੇ ਗਏ ਆ ਕਿਸ ਤਰ੍ਹਾਂ ਹੁੰਦੇ ਆ ਔਰ ਇਸ ਤੋਂ ਕਿਸ ਤਰ੍ਹਾਂ ਆਪਾਂ ਬਚ ਸਕਦੇ ਹਾਂ, ਉਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਆਪਾਂ ਇਸ ਤੋਂ ਬਚ ਸਕਦੇ ਹਾਂ? ਡੈਫੀਨੇਟਲੀ ਆਪਾਂ ਨੂੰ ਸਭ ਤੋਂ ਪਹਿਲਾਂ ਜਿੱਦਾਂ ਇਹਨੂੰ ਡਾਇਗਨੋਸ ਹੋ ਗਿਆ, ਪੇਸ਼ੈਂਟ ਨੂੰ ਅਰਲੀ ਟ੍ਰੀਟਮੈਂਟ ਸ਼ੁਰੂ ਕਰਨੀ ਹੈ। ATT ਡਰੱਗਸ ਯੂਜ਼ ਕਰਦੇ ਹਾਂ ਆਪਾਂ, ਰਿਫੈਂਪਸਿਨ ਹੋ ਗਿਆ, ਪੈਰਾਜ਼ਿਨਾਮਾਈਡ ਹੋ ਗਿਆ, ਆਈਸੋਨਾਇਜ਼ਿਡ ਹੋ ਗਿਆ, ਮਾਈਕੋਬਿਟੋਲ ਹੋ ਗਿਆ। ਇਹ ਡਰੱਗਸ ਨੇ, ਈਥੈਂਬਿਟੋਲਸ ਹੋ ਗਏ, ਜਿਹੜੇ ਕਿ ਆਪਾਂ ਯੂਜ਼ ਕਰਦੇ ਹਾਂ ਮੋਸਟਲੀ। ਥੀਸ ਆਰ ਦ ਕਾਮਨ ਡਰੱਗਸ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਈਥੈਂਬਿਟੋਲ, ਰਿਫੈਂਪਸਿਨ, ਆਈਸੋਨਾਇਜ਼ਿਡ, ਪੈਰਾਜ਼ਿਨਾਮਾਈਡ। ਪਲੱਸ ਪੈਰਾਡੋਕਸਿਨ ਸਪਲੀਮੈਂਟੇਸ਼ਨ ਕਰਦੇ ਹਾਂ ਟੂ ਪ੍ਰੀਵੈਂਟ ਦ ਫਰਦਰ ਕੰਪਲਿਕੇਸ਼ਨਸ ਆਫ ਨਿਊਰੋਪੈਥੀ। ਪਲੱਸ ਆਪਾਂ ਡੈਫੀਨੇਟਲੀ ਅਦਰ ਯੂਜ਼ਸ ਕਰਦੇ ਹਾਂ, ਜਿੱਦਾਂ ਆਪਾਂ ਐਡ ਔਨ ਸਟੀਰੋਇਡਸ ਦਿੰਦੇ ਹਾਂ ਇਹਨਾਂ ਨੂੰ, ਡੈਕਸਾਮੀਥਾਜ਼ੋਨ ਦੀ ਥੈਰੇਪੀ 0.4 ਮਿਲੀਗ੍ਰਾਮ ਪਰ kg ਪਰ ਡੇ, ਦੈਨ ਟਾਈਟਰੇਟ ਕਰਦੇ ਹਾਂ ਓਵਰ ਅ ਪੀਰੀਅਡ ਆਫ 4 ਵੀਕਸ। ਦੈਨ ਇਹਨਾਂ ਨੇ ਕੀ ਹੁੰਦਾ, ਐਂਟੀ ਅਡੀਮਾ ਡਰੱਗਸ ਦਿੰਦੇ ਹਾਂ, ਜਿੱਦਾਂ ਆਪਾਂ ਦਿੰਦੇ ਹਾਂ ਮੈਨੀਟੋਲ ਦਿੰਦੇ ਹਾਂ ਆਪਾਂ, ਕਈ ਡਰੱਗਸ, ਠੀਕ ਹੈ, ਇਹਨਾਂ ਨਾਲ ਬ੍ਰੇਨ ਦਾ ਪ੍ਰੈਸ਼ਰ ਉਹ ਘਟਦਾ। ਗਲਿਸਰੋਲ ਦਿੰਦੇ ਹਾਂ ਆਪਾਂ, ਇਹ ਸਾਰੇ ਦਿੰਦੇ ਹਾਂ। ਸੋ ਥੀਸ ਆਰ ਦ ਡਰੱਗਸ, ਐਸੀਟਾਜ਼ੋਲਾਮਾਈਡ ਡਰੱਗਸ ਹੁੰਦੇ ਜਿਹੜੇ ਕਿ ਬ੍ਰੇਨ ਦੇ ਪ੍ਰੈਸ਼ਰ ਨੂੰ ਰੋਕਦੇ ਆ, ਉਹਨੂੰ ਘਟਾਉਂਦੇ। ਇਮੀਡੀਏਟਲੀ ਪੇਸ਼ੈਂਟ ਨੂੰ ਹਾਈਡਰੋਸੈਫਲਸ ਹੋ ਗਿਆ, ਇਤਨੀ ਕਿ ਉਸੇ ਟਾਈਮ ਹੀ ਸ਼ੰਟਿੰਗ ਹੋ ਜਾਏਗੀ। ਪਹਿਲਾਂ ਉਹਨੂੰ ਸਟੇਬਲਾਈਜ਼ ਕਰਨਾ ਪੈਂਦਾ, ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ ਦੈਨ ਇਹ ਹੋਗੀ ਮੈਡੀਕਲ ਮੈਨੇਜਮੈਂਟ, ਜੋ ਮੈਂ ਤੁਹਾਨੂੰ ਦੱਸਿਆ। ਸੀਜ਼ਰ ਮੈਡੀਕੇਸ਼ਨਸ ਆਪਾਂ ਦਿੰਦੇ ਉਹਨਾਂ ਨੂੰ, ਰਿਫਰੈਕਟਰੀ ਲੈਵੋਟ੍ਰੈਸਟਮ ਦਿੰਦੇ ਹਾਂ ਆਪਾਂ, ਸੋਡੀਅਮ ਵੈਲਪਰੇਟ ਦਿੰਦੇ ਹਾਂ, ਜਿਹੜੇ ਕਿ ਡਰੱਗਸ ਮੇਨ ਡਿਪੈਂਡਿੰਗ ਔਨ ਦਾ ਲੈਵਲ ਆਫ ਦਾ TB, ਕਿ ਇਹ ਸੀਜ਼ਰਸ ਨੂੰ ਆ ਰਹੇ ਆ ਲਗਾਤਾਰ, ਕੰਟੀਨਿਊ ਆ। ਗੇਟ ਪ੍ਰੋਬਲਮਸ ਲਈ ਕੁਝ ਹੈਲਪ ਡੈਸੀਟਾਜ਼ੋਲਾਮਾਈਡ ਕਰ ਜਾਂਦੀ ਹੈ, ਕੁਝ ਆਪਾਂ ਗੇਟ ਪ੍ਰੋਬਲਮਸ ਲਈ ਆਪਾਂ ਐਡ ਔਨ ਡਰੱਗਸ ਕਰਦੇ ਹਾਂ, ਠੀਕ ਹੈ। ਸੋ ਪੇਸ਼ੈਂਟ ਹਾਈਡਰੋਸੈਫਲਸ ਜਿੱਦਾਂ ਖਤਮ ਹੋ ਜਾਂਦਾ, ਗੇਟ ਪ੍ਰੋਬਲਮਸ ਇੰਪਰੂਵ ਹੋਣੀ ਸ਼ੁਰੂ ਹੋ ਜਾਂਦੀਆਂ। ATT ਦਾ ਇਫੈਕਟ ਆਉਣਾ ਸ਼ੁਰੂ ਹੁੰਦਾ ਹੈ। ATT ਦੇ ਇਫੈਕਟ ਦੇ ਨਾਲ ਪੇਸ਼ੈਂਟ ਨੂੰ ਅੱਧੇ ਸਿੰਪਟਮਸ ਆਉਣੇ ਬੰਦ ਹੋ ਜਾਂਦੇ ਆ। ਫੀਵਰ ਘਟਣਾ ਸ਼ੁਰੂ ਹੋ ਜਾਏਗਾ, ਹਾਈ ਗ੍ਰੇਡ ਫੀਵਰ ਆਉਂਦਾ ਵਿਦ ਚਿਲਸ, ਮਤਲਬ ਨਾਈਟ ਸਵੈਟਿੰਗ ਹੁੰਦੀ ਪੇਸ਼ੈਂਟ ਨੂੰ, ਆਪਾਂ ਕਹਿੰਦੇ TB 'ਚ ਨੈਕਟਰਨਲ ਸਵੈਟਿੰਗ ਬਹੁਤ ਜ਼ਿਆਦਾ ਹੁੰਦੀ। ਈਵਨਿੰਗ ਰਾਈਜ਼ ਆਫ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਊਗਾ। ਜਿਹੜੇ ਬਾਊਟਸ ਆਉਂਦੇ ਇੱਕਦਮ ਇਹਦੇ ਫੀਵਰ ਦੇ, ਕਿ ਇਹਨੂੰ ਕੰਬ ਕੇ ਸਭ ਬੰਦ ਹੋ ਜਾਏਗਾ ਆਉਣਾ। ਇਹਦਾ ਮਤਲਬ ਕਿ ਪੇਸ਼ੈਂਟ TB ਨੂੰ ਰਿਸਪੌਂਡ ਕਰ ਰਿਹਾ। ਪਲੱਸ ਆਪਾਂ ਨੂੰ ਕਈ ਵਾਰ ਆਪਾਂ ਨੂੰ ਲਿਵਰ ਦੀ ਮੋਨੀਟਰਿੰਗ ਇਹਦੇ ਨਾਲ ਕਰਨੀ ਪੈਂਦੀ TB ਦੇ ਡਰੱਗਸ ਦੇ ਨਾਲ। ਉਹ ਲੈਵਲ ਆਪਾਂ ਕਰਵਾਉਣੇ ਹੁੰਦੇ ਲਿਵਰ ਇੰਜ਼ਾਈਮਸ ਦੇ, SGOT ਲੈਵਲਸ, SGPT ਲੈਵਲਸ, ਕਿਉਂਕਿ TB ਦੇ ਕਈ ਡਰੱਗਸ ਨੇ ਜਿਨ੍ਹਾਂ ਦੇ ਕਰਕੇ ਲਿਵਰ ਤੇ ਇਫੈਕਟ ਪੈ ਸਕਦਾ। TB ਦੇ ਕਈ ਡਰੱਗਸ ਨੇ ਜਿਨ੍ਹਾਂ ਦੇ ਕਰਕੇ ਆਈ ਤੇ ਇਫੈਕਟ ਪੈ ਸਕਦਾ। ਸੋ ਸਾਈਮਲਟੇਨੀਅਸਲੀ ਆਈ ਦੇ ਚੈੱਕਅਪ ਵੀ ਆਪਾਂ ਨੂੰ ਕਰਵਾਉਣੇ ਪੈਂਦੇ ਨੇ। ਆਪਟਿਕ ਨਿਊਰਾਈਟਿਸ ਹੋਣ ਦੇ ਚਾਂਸਸ ਹੁੰਦੇ ਨੇ। ਸੋ ਆਪਾਂ ਅਗਰ ਪੇਸ਼ੈਂਟ ਨੂੰ ਕਈ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ, ਫਿਰ ਆਪਾਂ ਮੋਡੀਫਾਈਡ ਰੈਜੀਮਨ ਯੂਜ਼ ਕਰਦੇ ਹਾਂ ATT ਥੈਰੇਪੀ ਦਾ। ਸੋ ਇਹਨਾਂ ਚੀਜ਼ਾਂ ਨੂੰ ਪੇਸ਼ੈਂਟ ਨੂੰ ਸਮਝ ਆਉਣਾ ਬਹੁਤ ਜ਼ਰੂਰੀ ਹੈ। ਪੇਸ਼ੈਂਟ ਨੂੰ ਕੋਈ ਦਵਾਈ ਲੈਣ ਤੋਂ ਬਾਅਦ ਪਿਸ਼ਾਬ ਪੀਲਾ ਆਉਣਾ ਸ਼ੁਰੂ ਹੋ ਗਿਆ, ਅੱਖਾਂ 'ਚ ਯੈਲੋ ਸ਼ੁਰੂ ਹੋ ਗਈ, ਡਿਸਕਲਰੇਸ਼ਨ ਸ਼ੁਰੂ ਹੋ ਗਈ ਪੇਸ਼ੈਂਟ ਨੂੰ ਆ ਕੇ ਭੁੱਖ ਲੱਗਣੀ ਬੰਦ ਹੋ ਗਈ, ਮਤਲਬ ਲਿਵਰ ਇਫੈਕਟ ਹੋ ਰਿਹਾ ਕਿਤੇ ਨਾ ਕਿਤੇ। ਜਿੰਨੀ ਪਹਿਲਾਂ ਸੀ ਉਹ ਤੋਂ ਵੀ ਮਰ ਗਈ ਭੁੱਖ, ਇਹਦਾ ਮਤਲਬ ਹੈ ਕਿ ਲਿਵਰ ਇਫੈਕਟ ਹੋ ਰਿਹਾ ਕਿਤੇ ਨਾ ਕਿਤੇ। ਸੋ ਡੈਫੀਨੇਟਲੀ ਵੀ ਹੈਵ ਟੂ ਗੋ ਫॉर द ਮੋਨੀਟਰਿੰਗ ਆਫ ਦ ਲਿਵਰ ਐਂਜ਼ਾਈਮਸ, ਜਿਹੜਾ ਕਿ ਬਹੁਤ ਇੰਪੋਰਟੈਂਟ ਦਾ ਲੋਕੀ ਨਹੀਂ ਕਰਦੇ। ਐਂਡ ਅਲਟੀਮੇਟਲੀ ਪੇਸ਼ੈਂਟ ਲੈਂਡ ਅਪ ਕਰਦਾ ਹੈ ਡਰਗ ਇੰਡਿਊਸਡ ਹੈਪੇਟਾਈਟਿਸ ਦੇ ਵਿੱਚ।
ਆਪਾਂ ਕਹਿੰਦੇ DIH, ਡਰਗ ਇੰਡਿਊਸਡ ਹੈਪੇਟਾਈਟਿਸ, ਮਤਲਬ ਉਹਦੇ ਕਰਕੇ ਲਿਵਰ ਦੀ ਇਨਫਲੇਮੇਸ਼ਨ ਹੋ ਗਈ। ਹੈਪੇਟਾਈਟਿਸ ਮਤਲਬ ਲਿਵਰ ਪੈਰਨਕਮ ਇਨਫਲੇਮ ਹੋ ਗਿਆ, ਉਹਦੇ ਕਰਕੇ ਡਰਗ ਇਜ਼ ਵਨ ਆਫ ਦ ਕਾਜ਼। ਐਂਡ ਡਰਗਸ ਕਿਹੜੇ ਆ? ਸਮ ਆਫ ATT ਡਰਗਸ ਆਪਾਂ ਯੂਜ਼ ਕਰਦੇ ਹਾਂ। ATT ਡਰਗਸ ਦੇ ਕਰਕੇ ਲਿਵਰ ਸੋਚ ਪਈ, ਫਿਰ ਆਪਾਂ ਮੋਡੀਫਾਈਡ ਥੈਰੇਪੀ ਸ਼ੁਰੂ ਕਰਦੇ ਹਾਂ। ਸੋ ਇਹ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਬਹੁਤ ਇੰਪੋਰਟੈਂਟ। ਇਹ ਹੋ ਗਈ ਮੈਡੀਕਲ ਮੈਨੇਜਮੈਂਟ ਦੇ ਵਿੱਚ। ਹੁਣ ਪਲੱਸ ਆਪਾਂ ਨੂੰ ਪੇਸ਼ੈਂਟ ਨੂੰ ਕਈ ਵਾਰ ਆਪਾਂ ਨੂੰ ਸੀਜ਼ਰਸ ਇੱਥੇ ਤੱਕ ਪਹੁੰਚ ਜਾਂਦੇ, ਆਪਾਂ ਨੂੰ ਵੈਂਟੀਲੇਟਰੀ ਸਪੋਰਟ ਦੇਣੀ ਪੈਂਦੀ, ਆਕਸੀਜਨ ਸਪੋਰਟ ਦੇਣੀ ਪੈਂਦੀ। ਇਹ ਨਹੀਂ ਕਿ ਜਿਹੜਾ ਪੇਸ਼ੈਂਟ ਵੈਂਟੀਲੇਟਰ ਤੇ ਚਲਾ ਗਿਆ ਬਾਹਰ ਨਹੀਂ ਆਉਂਦਾ, ਪੇਸ਼ੈਂਟ ਰਿਸਪੌਂਡ ਕਰਦੇ। ਕਈ ਇਹੋ ਜਿਹੇ ਪੇਸ਼ੈਂਟਸ ਵੀ ਨੇ ਜਿਹੜੇ ਵੈਂਟੀਲੇਟਰ ਤੋਂ ਨਿਕਲ ਕੇ ਆਉਂਦੇ ਨੇ ਜਦੋਂ ਪੇਸ਼ੈਂਟ ਆਲਰੇਡੀ TB ਦੀ ਸਟੇਜ ਤੇ ਪਹੁੰਚੀ ਕਿ ਉਹਨੂੰ ਸਾਹ ਦੀ ਵੀ ਪ੍ਰੋਬਲਮ ਆ, ਬ੍ਰੇਨ ਦੀ ਵੀ ਪ੍ਰੋਬਲਮ ਆ, ਫਿਰ ਉਹਦੇ ਰੈਸਪੀਰੇਟਰੀ ਰੇਟ ਬਹੁਤ ਤੇਜ਼ ਆ, ਠੀਕ ਹੈ। ਪੇਸ਼ੈਂਟ ਨੂੰ ਮਤਲਬ ਇੰਨਾ ਆਕਸੀਜਨ ਐਫਰਟ ਚਾਹੀਦੀ ਹੈ ਕਿ ਉਹ ਮੇਨਟੇਨ ਕਰੇ ਆਪਣੀ ਰੈਸਪੀਰੇਸ਼ਨ ਨੂੰ, ਆਪਾਂ ਨੂੰ ਉਹਨੂੰ ਵੈਂਟੀਲੇਟ ਕਰਨਾ ਪੈਂਦਾ। ਵੈਂਟੀਲੇਟ ਕਰਕੇ ਦੈਨ 3, 4, 5 ਡੇਜ਼ ਦੇ ਵਿੱਚ ਪੇਸ਼ੈਂਟ ਬਾਹਰ ਆ ਜਾਂਦਾ। ਅੱਛਾ ਡਾਕਟਰ ਸਾਹਿਬ, ਜਿਹੜੀ ਦਿਮਾਗੀ TB ਜਿਹਨੂੰ ਆਪਾਂ ਕਹਿੰਦੇ ਆ, ਇਹਦਾ ਇਲਾਜ ਕਿੰਨਾ ਚਿਰ ਚੱਲਦਾ ਔਰ ਕਿੰਨੇ ਚਿਰ ਦੇ ਵਿੱਚ ਇੱਕ ਜਿਹੜਾ ਮਰੀਜ਼ ਆ ਉਹ ਠੀਕ ਹੋ ਜਾਂਦਾ? ਡੈਫੀਨੇਟਲੀ ਇਹਦੇ ਪਲੱਸ ਇੱਕ ਅਪਰੋਕਸੀਮੇਟਲੀ ਸਟਾਰਟ ਆਪਾਂ ਲੈਂਦੇ ਹਾਂ 15 ਤੋਂ 18 ਮਹੀਨੇ ਤੱਕ, ਠੀਕ ਹੈ। ਕਈ ਪੇਸ਼ੈਂਟਸ ਹੁੰਦੇ 2 ਇਅਰਸ ਤੱਕ ਚਲੇ ਜਾਂਦੇ ਅਗਰ TB ਬ੍ਰੇਨ ਤੋਂ ਲੈ ਕੇ ਸਪਾਈਨ ਤੱਕ ਇਨਵੋਲਵ ਹੋ ਜਾਏ, ਠੀਕ ਹੈ। ਇਹਦੀਆਂ ਵੀ ਵੇਰੀਅਸ ਸਟੱਡੀਜ਼ ਨੇ 24 ਤੋਂ 36 ਮੰਥਸ ਤੱਕ ਵੀ ਪੇਸ਼ੈਂਟ ਥੈਰੇਪੀ ਲੈ ਕੇ ਗਿਆ ਹੋਇਆ, ਜਿਹਨੂੰ ਕਿ ਇਨੀਸ਼ੀਅਲੀ ਇੰਪਰੂਵ ਨਹੀਂ ਪਿਆ ਸੀਗਾ। ਕਈ ਵਿਚਕਾਰ ਦਵਾਈ ਛੱਡ ਦਿੰਦੇ, ਡਿਫਾਲਟਰ ਬਣ ਜਾਂਦੇ, ਉਹਨਾਂ 'ਚ ਫਿਰ ਐਕਸਟੈਂਡ ਹੋ ਜਾਂਦੀ ਥੈਰੇਪੀ ਉਨੀ। ਸੋ TB ਦੀ ਥੈਰੇਪੀ ਲੈਣਾ ਇਜ਼ ਵੈਰੀ ਇੰਪੋਰਟੈਂਟ ਐਂਡ ਟਾਈਮ ਸਿਰ ਖਤਮ ਕਰਨਾ ਇਜ਼ ਵੈਰੀ ਇੰਪੋਰਟੈਂਟ। ਐਂਡ ਕੁਝ ਪਾਰਟ ਇਹਦਾ ਸਰਜੀਕਲ ਵੀ ਹੁੰਦਾ ਜਿਹੜਾ ਕਿ ਆਪਾਂ ਸ਼ੰਟਿੰਗ ਕਹਿੰਦੇ ਹਾਂ। ਆਪਾਂ ਸ਼ੰਟ ਵੈਂਟ੍ਰਿਕੋ ਪੈਰੀਟੋਨੀਅਲ ਸ਼ੰਟ ਆਪਾਂ ਈਅਰ ਦੇ ਪਿੱਛੋਂ ਜਾਂਦਾ ਪੇਟ ਤੱਕ, ਵੈਂਟ੍ਰਿਕਲੋ ਪੈਰੀਟੋਨੀਅਲ ਸ਼ੰਟਿੰਗ ਕਹਿੰਦੇ ਆ, ਜਿਹੜਾ ਕਿ ਸ਼ੰਟ ਪਾ ਕੇ ਬਲੌਕ ਨੂੰ ਰੋਕ ਲੈਂਦਾ ਇਮੀਡੀਏਟਲੀ। ਉਹ ਪਾਣੀ ਜਿਹੜਾ ਕਿ ਉੱਥੇ ਉਹਨੂੰ VP ਸ਼ੰਟ ਕਹਿੰਦੇ ਆਪਾਂ, VP ਸ਼ੰਟ। that is one of the surgical indications। so the surgical methods to treat hydrocephalus, ਮਤਲਬ ਉਹਨੂੰ ਹਾਈਡਰੋਸੈਫਲਸ ਨੂੰ ਕੰਟਰੋਲ ਕਰਨ ਦਾ। ਉਹਦਾ ਪੇਸ਼ੈਂਟ ਫਿਰ ਵਾਕਿੰਗ ਠੀਕ ਸ਼ੁਰੂ ਹੋ ਜਾਂਦੀ, ਹੈਡੇਕ ਬੰਦ ਹੋ ਜਾਂਦੀ ਹੈ, ATT ਆਪਣਾ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਹੈ। ਸੋ ਸ਼ੰਟਿੰਗ ਅਰਲੀ ਸਟੇਜ 'ਚ ਹੋਣਾ। ਅਗਰ ਪੇਸ਼ੈਂਟ ਐਂਟੀ ਐਡੀਮਾ ਡਰੱਗਸ ਨੂੰ, ਜਿੱਦਾਂ ਆਪਾਂ ਮੈਨੀਟੋਲ ਬਾਰੇ ਗੱਲ ਕੀਤੀ ਸੀ, ਇਹਨਾਂ ਨੂੰ ਨਹੀਂ ਰਿਸਪੌਂਡ ਕਰਦਾ, ਆਪਾਂ ਨੂੰ ਸ਼ੰਟਿੰਗ ਵੱਲ ਜਾਣਾ ਪੈਂਦਾ ਹੈ। ਕੁਝ ਮੇਰੇ ਪੇਸ਼ੈਂਟਸ ਨੇ ਜਿਨ੍ਹਾਂ ਦੇ ਸ਼ੰਟਿੰਗ ਹੋਈ ਹੈ, ਐਕਸੀਲੈਂਟਲੀ ਰਿਸਪੌਂਡਡ ਐਂਡ ਵਾਕ ਕਰਕੇ ਆਉਂਦੇ ਨੇ, ਵਾਕ ਕਰਕੇ ਦਿਖਾਣ ਆਉਂਦੇ ਨੇ। ਸੋ ਸ਼ੰਟਿੰਗ ਦਾ ਵੀ ਬਹੁਤ ਅੱਛਾ ਰੋਲ ਹੈ। ਕਰਵਾ ਕੇ ਦੈਨ ਪੇਸ਼ੈਂਟ ਵਾਕ ਕਰਦਾ, ਇੰਡੀਪੈਂਡੈਂਟਲੀ ਲਿਵ ਕਰਦਾ। ਪੇਸ਼ੈਂਟ ਨੂੰ ਅਸੀਂ ਫੋਲੋ ਅਪ ਦੇ ਵਿੱਚ ਗਾਈਡਲਾਈਨਸ ਦਿੰਦੇ ਹਾਂ ਕਿੱਦਾਂ ਫੋਲੋ ਕਰਨਾ। ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਮੈਨੀਟੋਲ ਤੇ ਗਲਿਸਰੋਲ, ਜਦੋਂ ਕਈ ਵਾਰ ਹਾਲਾਤ ਇੱਥੋਂ ਤੱਕ ਹੋ ਜਾਂਦੇ ਆ ਪੇਸ਼ੈਂਟ ਦੇ ਕਿ ਉਹ ਰਿਸਪੌਂਡ ਨਹੀਂ ਕਰਦੀਆਂ, ਉਸ ਤੋਂ ਬਾਅਦ ਸ਼ੰਟਿੰਗ ਕੀਤੀ ਜਾਂਦੀ ਹੈ। ਔਰ ਅਸੀਂ ਦੇਖਿਆ ਵੀ ਹੈ ਕਿ ਤੁਹਾਡੇ ਮਰੀਜ਼ ਕਈ ਸ਼ੰਟਿੰਗ ਤੋਂ ਬਾਅਦ ਉਹ ਚੱਲਣ ਫਿਰਨ ਦੇ ਕਾਬਿਲ ਹੋ ਗਏ ਔਰ ਆਪਣਾ ਵਰਕ ਜਿਹੜਾ ਐਜ਼ ਇਟ ਇਜ਼ ਕਰਦੇ ਪਏ, ਐਜ਼ ਯੂਜ਼ੁਅਲ ਜਿਹੜਾ ਆਪਣੇ ਕੰਮ ਨੂੰ ਅੰਜਾਮ ਦੇ ਰਹੇ। ਉਹਦੇ ਵਿੱਚ ਇੱਕ ਪਿੱਛੇ ਵੀ ਤੁਹਾਡਾ ਕੁਝ ਦੇਖਿਆ ਸੀ ਇੱਕ ਕੇਸ ਜਿਹਦਾ ਕਿ ਅਸੀਂ ਡਿਸਕਸ ਕਰਾਂਗੇ, ਉਹ ਕਿੰਨੀ ਦੇਰ 'ਚ ਠੀਕ ਹੋਇਆ ਔਰ ਕੀ ਪ੍ਰੋਬਲਮ ਲੈ ਕੇ ਉਹ ਤੁਹਾਡੇ ਕੋਲ ਆਏ ਸੀ? ਡੈਫੀਨੇਟਲੀ ਉਹ ਯੰਗ ਲੇਡੀ ਸੀ। ਉਹ ਬੇਸਿਕਲੀ ਆਈ ਇੱਦਾਂ ਸੀ ਕਿ ਉਹਦਾ ਹੈਡੇਕ ਬੰਦ ਨਹੀਂ ਹੋ ਰਿਹਾ ਸੀਗਾ, ਪੇਸ਼ੈਂਟ ਤੁਰਨਾ ਬੰਦ ਹੋ ਗਿਆ ਸੀ, ਯੂਰਨ ਤੇ ਵਿੱਚ ਮਤਲਬ TB ਬ੍ਰੇਨ ਤੋਂ ਲੈ ਕੇ ਸਪਾਈਨ ਤੱਕ ਇਨਵੋਲਵ ਹੋ ਗਈ ਸੀ। ਉਹਨੂੰ ਅਪਰੋਕਸੀਮੇਟਲੀ ਉਹਨੂੰ ਯੂਰਨ ਨੇ ਬੈੱਡ 'ਤੇ ਕਰ ਦੇਣਾ, ਫੀਸਸ ਹੋ ਜਾਣੀ ਬੈੱਡ 'ਤੇ ਕਰ ਦੇਣੇ। ਸੋ ਬਾਊਲ ਐਂਡ ਬਲੈਡਰ ਕੰਟਰੋਲ ਚਲਾ ਗਿਆ ਸੀ ਉਹਦਾ ਸਪਾਈਨ ਦੇ ਕਰਕੇ। ਉਹਨੂੰ ਹੈਡੇਕ ਇੰਨਾ ਜ਼ਿਆਦਾ ਆਉਣਾ, ਗੁੱਸਾ ਆਉਣਾ, ਬੈਲੈਂਸ ਪ੍ਰੋਬਲਮ, ਤੁਰਿਆ ਨਹੀਂ ਜਾਣਾ ਆਪਣੇ ਆਪ, ਘਰਦਿਆਂ ਨਾਲ ਖਿੱਝਣਾ, ਦੁਆਰੇ ਪੈਣੇ ਬਾਰ-ਬਾਰ, ਰਾਤੀ ਮੂੰਹ ਵਿੰਗਾ। ਉਹਨਾਂ ਦੀ ਮਦਰ ਦੀ ਇੱਕੋ ਕੰਪਲੇਂਟ ਹੁੰਦੀ ਕਿ ਰਾਤੀ ਸੌਂਦੀ ਨਹੀਂ ਹੈ, ਜਦੋਂ ਵੀ ਸੌਣ ਦੀ ਕੋਸ਼ਿਸ਼ ਸੀ ਥੋੜ੍ਹੀ ਬਹੁਤ ਟੈਨਸ਼ਨ ਲੈਂਦੀ ਸਾਨੂੰ, ਮੂੰਹ ਇੱਕ ਸਾਈਡ ਵਿੰਗਾ ਹੋਣਾ ਸ਼ੁਰੂ ਹੋ ਜਾਂਦਾ ਇੱਦਾਂ। ਸੋ ਮੂੰਹ ਵਿੰਗਾ ਹੋਣਾ, ਇਟ ਵਾਜ਼ ਅ ਫੋਕਲ ਸੀਜ਼ਰ, ਠੀਕ ਹੈ। ਸੀਜ਼ਰ ਹੋਣ ਤੋਂ ਬਾਅਦ ਪੇਸ਼ੈਂਟ ਅਨਅਵੇਅਰ ਹੁੰਦਾ ਸੀ ਮੈਨੂੰ ਹੋਇਆ ਕਿ ਨਹੀਂ ਹੋਇਆ, ਠੀਕ ਹੈ। ਸੋ ਸੀਜ਼ਰ ਹੋਣ ਤੋਂ ਬਾਅਦ ਪੇਸ਼ੈਂਟ, ਸੋ ਇਹ ਸਾਰੀਆਂ ਕੰਪਲਿਕੇਸ਼ਨਸ ਉਸ ਵਿੱਚ ਡਿਵੈਲਪ ਹੋਈਆਂ ਸੀਗੀਆਂ। ਉਹਨੂੰ ਫਿਰ ਅਸੀਂ ਮੋਡੀਫਾਈ, ਨੂੰ ਅਪਰੋਕਸੀਮੇਟਲੀ 1 ਮੰਥ ਲੱਗਾ ਸੀਗਾ ਰਿਸਪੌਂਡ, ਬਿਕੋਜ਼ ਸ਼ੀ ਵਾਜ਼ ਵੈਰੀ ਆਪਣੇ ਐਡਮੈਂਟ ਸੀ ਮੈਂ ਦਵਾਈ ਨਹੀਂ ਖਾਣੀ, ਇਹ ਨਹੀਂ ਖਾਣਾ। ਉਹਦੇ ਵਿੱਚ ਵੀ ਲਿਵਰ ਐਂਜ਼ਾਈਮਸ ਵੱਧ ਗਏ ਸੀ। ਜਿੱਦਾਂ ਫਿਰ ਮੋਡੀਫਾਈਡ ATT ਸ਼ੁਰੂ ਕੀਤੀ, ਕੁਛ ਥੈਰੇਪੀਜ਼ ਉਹਨੂੰ ਸ਼ੰਟਿੰਗ ਤੱਕ ਜਾਣਾ ਪਿਆ, ਉਹਦੇ ਬ੍ਰੇਨ 'ਚ ਪਾਣੀ ਭਰ ਗਿਆ ਕਿਉਂਕਿ ਡਰੱਗਸ ਵਿੱਚੋਂ ਛੱਡ ਦਿੰਦੀ ਸੀਗੀ, ਵਿੱਚੋਂ ਲੈਂਦੀ ਨਹੀਂ ਸੀ। ਫਿਰ ਉਹਨੂੰ ਮੋਡੀਫਾਈਡ ATT ਇੰਜੈਕਸ਼ਨਸ ਦੇ ਵਿੱਚ ਸ਼ੁਰੂ ਕੀਤਾ, ਤੇ ਫਿਰ ਕੁਛ ਉਹਨੂੰ ਸੈਕਿੰਡ ਲਾਈਨ ਡਰੱਗਸ ਪਾਣੇ ਪਏ TB ਦੇ। ਸੋ ਆਪਾਂ ਡਰੱਗਸ ਲੈ ਕੇ ਨਾਲ ਉਹਦੀ ਸ਼ੰਟਿੰਗ ਹੋਈ, ਤੇ ਅੱਜ ਉਹ ਤੁਰ ਕੇ ਆਉਂਦੀ ਆ, ਦਿਖਾਣ ਆਉਂਦੀ ਆ, ਅੱਛਾ ਲੱਗਦਾ, ਪੇਸ਼ੈਂਟ ਠੀਕ ਹੋਇਆ। ਡਾਕਟਰ ਸਾਹਿਬ ਕੋਲ ਪੇਸ਼ੈਂਟ ਆਇਆ, ਉਹਦੀ ਸ਼ੰਟਿੰਗ ਕੀਤੀ ਗਈ ਔਰ ਅੱਜ ਉਹ ਪੇਸ਼ੈਂਟ ਆਪਣੇ ਪੈਰਾਂ 'ਤੇ ਖੜਾ ਹੋ ਕੇ ਆਪਣੇ ਘਰ ਵੀ ਚੱਲ ਫਿਰ ਸਕਦਾ ਔਰ ਆਪਣੇ ਆਮ ਜਿਹੜੇ ਜ਼ਰੂਰਤ ਦੇ ਰੋਜ਼ਮर्रा ਦੇ ਕੰਮ ਜਿਹੜੇ ਆ ਉਹ ਵੀ ਕਰ ਸਕਦਾ। ਆਓ ਅਸੀਂ ਉਸ ਪੇਸ਼ੈਂਟ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ ਜਿਹੜਾ ਕਿ ਡਾਕਟਰ ਸਾਹਿਬ ਨੇ ਹੁਣੇ ਉਹਨੂੰ ਠੀਕ ਕੀਤਾ ਕੁਝ ਦਿਨ ਪਹਿਲਾਂ, ਔਰ ਉਹ ਪੂਰਾ ਸੈਟਿਸਫਾਈ ਆ ਕਿ ਅੱਜ ਉਹ ਆਪਣੇ ਪੈਰਾਂ 'ਤੇ ਖੜਾ ਹੋ। ਆਓ ਦੇਖਦੇ ਹਾਂ ਕਿ ਉਹ ਪੇਸ਼ੈਂਟ ਕੀ ਕਹਿੰਦੇ। ਹਾਂਜੀ, ਤੁਹਾਡਾ ਨਾਮ? ਹਾਂਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਡਾਕਟਰ ਸਾਹਿਬ ਕੋਲ ਟ੍ਰੀਟਮੈਂਟ ਕਰਾਉਣ? ਭਾਜੀ ਤੁਸੀਂ ਦੱਸੋ ਵੀ ਕੀ ਪ੍ਰੋਬਲਮ ਸੀ ਅਤੇ ਕਿੱਥੋਂ ਤੁਸੀਂ ਪਹਿਲਾਂ ਟ੍ਰੀਟਮੈਂਟ ਕਰਾਇਆ ਅਤੇ
ਹੁਣ ਕੀ ਇਹਨਾਂ ਦੇ ਤੁਸੀਂ ਇਹਨਾਂ ਦੇ ਕੀ ਲੱਗਦੇ ਜੀ? ਹਾਂ। ਮੇਰੇ ਬ੍ਰਦਰ ਦੀ ਵਾਈਫ ਹੈ। ਇਹਨਾਂ ਨੇ ਟ੍ਰੀਟਮੈਂਟ 2 ਜਗ੍ਹਾ ਕਰਾਇਆ ਬਾਹਰੋਂ, ਪਰ ਉੱਥੇ ਫਰਕ ਨਹੀਂ ਪਿਆ। ਫਿਰ ਇਹਨਾਂ ਨੇ ਦੇਖੋ ਇੱਥੇ ਆਏ, ਇੱਥੇ ਡਾਕਟਰ ਸਾਹਿਬ ਦਿਨੇਸ਼ ਨੂੰ ਮਿਲੇ। ਇਹਨਾਂ ਨੇ ਦੇਖੋ ਇਹਨਾਂ ਦੇ ਸਿਰ 'ਚ ਪਤਾ ਨਹੀਂ ਸੀ ਕੁਝ ਵੀ, ਸਿਰ ਦਰਦ ਬਹੁਤ ਹੋ ਰਹੀ ਹੁੰਦੀ ਸੀ ਅਤੇ ਸਰੀਰ 'ਚ ਵੀਕਨੈਸ ਬਹੁਤ ਆਈ ਸੀ ਵੀ ਆਪਣੇ ਪੈਰਾਂ 'ਤੇ ਖਲੋ ਨਹੀਂ ਸੀ ਸਕਦੇ। ਡਾਕਟਰ ਸਾਹਿਬ ਨੇ ਇਹਨਾਂ ਦਾ ਪੂਰਾ ਚੈੱਕਅਪ ਕੀਤਾ, ਬੜੇ ਧਿਆਨ ਨਾਲ ਚੈੱਕ ਕੀਤਾ। ਉਹਦੇ ਵਿੱਚ ਇਹਨਾਂ ਦੇ ਸਿਰ ਦੇ ਵਿੱਚ ਪਾਣੀ ਆਇਆ। ਫਿਰ ਉਹਨਾਂ ਨੇ ਸਾਰਿਆਂ ਨਾਲ ਮਿਲ ਕੇ ਇਹਨਾਂ ਦਾ ਪੂਰਾ ਕੀਤਾ, ਕਿਸ ਤਰ੍ਹਾਂ ਸਲਾਹ ਕੀਤੀ ਵੀ ਇਹਨਾਂ ਦਾ ਇੱਕੋ ਹੱਲ ਆ। ਉਹਨਾਂ ਨੇ ਪਹਿਲਾਂ ਸਾਰੇ ਇਹਨਾਂ ਦੇ ਟੀਕੇ ਲਾ ਕੇ ਸਾਰੀ ਤਰ੍ਹਾਂ ਚੈੱਕ ਕੀਤਾ ਅਤੇ ਉਹ ਚੀਜ਼ ਜਦੋਂ ਐਂਡ ਤੱਕ ਇਹ ਸੀ ਕਿ ਇਹਨਾਂ ਦਾ ਆਪਰੇਸ਼ਨ ਨਹੀਂ ਕਰਨਾ ਪੈਣਾ। ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਆਪਰੇਸ਼ਨ ਤੋਂ ਬਗੈਰ ਹੀ ਸਾਰਾ ਕੁਝ ਹੋ ਜਾਵੇ, ਪਰ ਜਦੋਂ ਸਾਰਾ ਐਂਡ 'ਤੇ ਪਹੁੰਚ ਦੇਖਿਆ ਇਹਨਾਂ ਦਾ ਵੀ ਬਹੁਤ ਕੰਮ ਵੱਧ ਚੁੱਕਾ ਸੀ, ਵੀ ਇਹ ਕੋਮਾ 'ਚ ਜਾ ਸਕਦੇ ਸੀ। ਫਿਰ ਡਾਕਟਰ ਸਾਹਿਬ ਨੇ ਇਹਨਾਂ ਦਾ ਆਪਰੇਟ ਕੀਤਾ ਅਤੇ ਆਪਰੇਟ ਦੇ ਸਾਹਮਣੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗੱਲ ਕੀਤੀ, ਸਾਰਾ ਕੁਝ ਦੱਸਤਾ ਵੀ ਆਹ ਕੰਮ ਜੀ ਦੇਖੋ ਤੁਸੀਂ ਕਿੱਦਾਂ ਚਾਹੁੰਦੇ ਜੀ। ਫਿਰ ਉਹਨਾਂ ਨੇ ਡਾਕਟਰ ਸਾਹਿਬ ਨੇ ਕੀਤਾ, ਆਪਰੇਸ਼ਨ ਪੂਰਾ ਸਕਸੈਸਫੁਲ ਹੋਇਆ ਅਤੇ 5 ਜਨਵਰੀ ਨੂੰ ਆਪਰੇਸ਼ਨ ਹੋਇਆ ਜੀ। ਅਤੇ ਉਸ ਤੋਂ ਬਾਅਦ 18 ਜਨਵਰੀ ਤੱਕ ਇਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਇਹਨਾਂ ਨੂੰ ਪੂਰਾ ਤਿਆਰ ਕੀਤਾ, ਹਰ ਤਰ੍ਹਾਂ ਨਾਲ ਕੀਤਾ ਅਤੇ 18 ਜਨਵਰੀ ਨੂੰ ਸਾਨੂੰ ਡਿਸਚਾਰਜ ਕੀਤਾ। 1 ਹਫ਼ਤੇ ਬਾਅਦ ਅੱਜ ਲਿਆ ਆਪਣੀ ਲੜਕੀ ਖੁਦ ਤੁਰ ਕੇ ਆਈ, ਪੈਦਲ ਆਈ ਹੈ। ਅਤੇ ਬਾਕੀ ਡਾਕਟਰ ਸਾਹਿਬ ਨੂੰ ਪਤਾ ਇਹਨਾਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਪਹਿਲਾਂ ਟ੍ਰੀਟਮੈਂਟ ਕਰਵਾਇਆ ਅਤੇ ਪਹਿਲਾਂ ਚੱਲਦੇ ਫਿਰਦੇ ਨਹੀਂ ਸੀ ਇਹ? ਨਹੀਂ, ਥੋੜ੍ਹਾ ਜਿਹਾ ਚੱਲਦੇ ਸੀ, ਜਿਸ ਤਰ੍ਹਾਂ ਕਿਸੇ ਵਿੱਚ ਰਹਿ ਜਾਂਦਾ ਥੋੜ੍ਹਾ ਬਹੁਤਾ ਆਪਣਾ, ਮਤਲਬ ਵੀ ਜੇ ਜ਼ਿਆਦਾ ਦਵਾਈ ਖਾਓਗੇ ਉਹਨਾਂ ਚਿਰ ਫਰਕ ਪਏਗਾ, ਨਹੀਂ ਤਾਂ ਨਹੀਂ ਪਏਗਾ। ਲੇਕਿਨ ਜਦੋਂ ਇੱਥੇ ਆਏ ਨਾ, ਉਹਦਾ ਮਤਲਬ ਵੀ ਐਂਡ ਸੀ ਇਹਨਾਂ ਦਾ ਲਾਈਫ ਦਾ। ਆਪਣੇ ਹਿਸਾਬ ਨਾਲ ਇਹ ਮਤਲਬ ਵੀ ਕੋਮਾ 'ਚ ਜਾ ਸਕਦੇ ਸੀ, ਇੰਨਾ ਹੋ ਗਿਆ ਸੀ। ਮਤਲਬ ਕਿ ਇੱਕ ਨਵੀਂ ਜ਼ਿੰਦਗੀ ਇਹਨਾਂ ਲਾਈਫ ਨਵੀਂ ਮਿਲੀ। ਉਹ ਵੀ ਸਾਨੂੰ ਡਾਕਟਰ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਹੈਂਡਲ ਕੀਤਾ, ਜਿਨ੍ਹਾਂ ਨੇ ਦੇਖਿਆ, ਹਰ ਚੀਜ਼ ਦੱਸੀ ਅਤੇ ਉਹ ਕੀਤਾ ਇਹਨਾਂ ਨੇ। ਡਾਕਟਰ ਸਾਹਿਬ ਦਾ ਥੈਂਕਸ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਪਰਿਵਾਰ ਨੂੰ ਬਚਾਇਆ। ਇਹਨਾਂ ਦੇ ਬੇਟੇ ਆ। ਡਾਕਟਰ ਸਾਹਿਬ ਤੁਸੀਂ ਦੱਸੋ ਇਸ ਪੇਸ਼ੈਂਟ ਬਾਰੇ ਵੀ ਤੁਹਾਡੇ ਕੋਲ ਕਿਸ ਕੰਡੀਸ਼ਨ 'ਚ ਇਹ ਪੇਸ਼ੈਂਟ ਆਏ ਸੀ ਅਤੇ ਕੀ ਤੁਸੀਂ ਟ੍ਰੀਟਮੈਂਟ ਕੀਤਾ ਅਤੇ ਕਿੰਨੇ ਚਿਰ ਦੇ ਵਿੱਚ ਇਹ ਚੱਲਣ ਫਿਰਨ ਲੱਗ? ਡੈਫੀਨੇਟਲੀ ਇਹ ਪੇਸ਼ੈਂਟ, ਇਹਦਾ ਨਾਮ ਹਰਪ੍ਰੀਤ ਹੈ, ਟਿਊਬਰਕਲੋਸਿਸ ਬ੍ਰੇਨ ਡਾਇਗਨੋਸ ਕੀਤਾ ਮੈਂ। ਇਹਨਾਂ ਨੂੰ ਹੈਡਿਕ ਬਹੁਤ ਰਹਿੰਦਾ ਸੀਗਾ, ਕ੍ਰੋਨਿਕ ਹੈਡਿਕ ਸੀਗਾ, ਠੀਕ ਹੈ। ਅਤੇ ਇਹਨੂੰ ਹੈਡਿਕ ਕਿਤੋਂ ਫਰਕ ਨਹੀਂ ਪੈਂਦਾ ਸੀਗਾ, ਲਗਾਤਾਰ ਇਹਨੂੰ ਹੈਡਿਕ ਹੁੰਦਾ ਰਹਿਣਾ। ਫਿਰ ਇਹਨਾਂ ਦਾ ਮੈਂ ਟੈਸਟ ਕੀਤਾ, ਜਿਹਨੂੰ ਆਪਾਂ CSF ਕਹਿੰਦੇ ਹਾਂ, ਕਰਕੇ ਮੈਂ ਡਾਇਗਨੋਸ ਕੀਤਾ ਕਿ ਇਹਨੂੰ ਬ੍ਰੇਨ TB ਹੈ। TB ਦੇ ਕਰਕੇ ਇਹਦੇ ਬ੍ਰੇਨ ਦੇ ਜਿਹੜੇ ਆਪਾਂ ਛੱਲੇ ਕਹਿੰਦੇ, ਵੈਂਟਰੀਕਲਸ ਕਹਿੰਦੇ, ਉਹਨਾਂ 'ਚ ਪਾਣੀ ਭਰਿਆ ਹੋਇਆ ਸੀਗਾ, ਜੋ ਕਿ ਇਹਨਾਂ ਨੇ ਆਪਰੇਸ਼ਨ ਦੀ ਗੱਲ ਕੀਤੀ। ਫਿਰ ਮੈਂ ਇਹਨਾਂ ਨੂੰ ਪਾਣੀ ਨੂੰ ਆਪਰੇਸ਼ਨ ਤੋਂ ਬਚਾਉਣ ਲਈ ਪਹਿਲਾਂ ਕੋਸ਼ਿਸ਼ ਕੀਤੀ ਕਿ ਪਾਣੀ ਨੂੰ ਸੁਕਾਉਣ ਵਾਲੇ ਡਰੱਗਸ ਹੁੰਦੇ ਨੇ ਉਹ ਦਿੱਤੇ, ਪਰ ਉਹਨਾਂ ਨੇ ਇਹਨੂੰ ਕੋਈ ਫਰਕ ਨਹੀਂ ਪਿਆ। ਫਿਰ ਵਿਦ ਦਾ ਹੈਲਪ ਆਫ ਅ ਨਿਊਰੋ ਸਰਜਨ ਇਹਨਾਂ ਦਾ ਮੈਂ ਆਪਰੇਟ ਕਰਵਾਇਆ, ਕਿ ਆਪਰੇਟ ਕਰਾ ਕੇ ਅੱਜ ਇਹਨਾਂ ਨੂੰ ਤੁਰਨ ਜੋਗਾ ਕੀਤਾ। ਇਹਨਾਂ ਕੋਲ ਤੁਰਿਆ ਨਹੀਂ ਜਾਂਦਾ ਸੀ, ਦਾ ਬੈਲੈਂਸ ਪ੍ਰੋਬਲਮਸ ਇੰਨੀ ਜ਼ਿਆਦਾ ਸੀ, ਪਿਸ਼ਾਬ ਇਹਨਾਂ ਦਾ ਵਿੱਚ ਨਿਕਲ ਜਾਂਦਾ ਸੀਗਾ, ਯੂਰਿਨ ਬਹੁਤ ਤੇਜ਼ ਆਈ ਜਾਣਾ, ਕੰਟਰੋਲ ਨਹੀਂ ਹੋਣਾ, ਸੈਲਫ ਕੰਟਰੋਲ ਨਹੀਂ ਹੋਣਾ, ਚੀਕਾਂ ਮਾਰਨੀਆਂ, ਇਰਰੈਲੀਵੈਂਟ ਬਿਹੇਵੀਅਰ, ਮਦਰ ਨਾਲ ਲੜਾਈ ਕਰਨੀ, ਝਗੜਾ ਕਰਨਾ। ਇਹ ਸਭ ਕੁਝ 13 ਦਿਨ ਦੇ ਵਿੱਚ ਵਿਦ ਦਾ ਹੈਲਪ ਆਫ ਮੇਰੇ ਤੇ ਇੱਕ ਨਿਊਰੋ ਸਰਜਨ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਅੱਜ ਤੁਰਾਨ ਦੇ ਅੱਗੇ ਬਣੇ ਹਾਂ। ਇਸ ਕਰਕੇ ਮੈਂ ਵੀ ਖੁਸ਼ ਹਾਂ ਕਿ ਇਹ ਪੇਸ਼ੈਂਟ ਤੁਰ ਕੇ ਮੇਰੇ ਕੋਲ ਆਇਆ, ਕਿਉਂਕਿ ਇਹਨਾਂ ਦੀ ਮਦਰ ਨੂੰ ਹੋਪ ਹੀ ਨਹੀਂ ਸੀ ਕਿ ਇਹ ਤੁਰ ਕੇ ਆ ਸਕਣਗੇ। ਅਤੇ ਮੈਂ ਉਮੀਦ ਕਰਦਾ ਹਾਂ ਕਿ ਮੈਂ ਅੱਗੇ ਵੀ ਇਹਨਾਂ ਪੇਸ਼ੈਂਟਸ ਨੂੰ ਇੱਦਾਂ ਹੀ ਟਰੀਟ ਕਰਦਾ ਰਹਾਂ ਅਤੇ ਗੋਡ ਬਲੈਸ ਦੈਮ। ਥੈਂਕ ਯੂ ਡਾਕਟਰ ਸਾਹਿਬ। ਇਹ ਸੀ ਉਹ ਪੇਸ਼ੈਂਟ ਜਿਹੜਾ ਕਿ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਡਾਕਟਰ ਸਾਹਿਬ ਨੇ ਕਿਵੇਂ ਉਹਨਾਂ ਦਾ ਇਲਾਜ ਕੀਤਾ। ਅਤੇ ਹੁਣ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਉਹ ਦੱਸਣਗੇ ਵੀ ਕਿਸ ਤਰ੍ਹਾਂ ਇਹ ਪੇਸ਼ੈਂਟ ਜਿਹੜਾ ਹੈਗਾ ਇਸ ਐਡੀ ਮੁਸੀਬਤ ਦੇ ਵਿੱਚੋਂ ਉਹਨੂੰ ਕੱਢਿਆ ਗਿਆ, ਰਿਵਾਈਵ ਕੀਤਾ ਗਿਆ। ਡਾਕਟਰ ਸਾਹਿਬ ਡੈਫੀਨੇਟਲੀ ਇਹ ਪੇਸ਼ੈਂਟ ਨੂੰ ਦੇਖੋ ਮੈਡੀਕਲ ਮੈਨੇਜਮੈਂਟ ਵੀ ਦਿੱਤੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ, ਪਲੱਸ ਨਿਊਰੋ ਸਰਜਨ ਦੀ ਹੈਲਪ ਦੇ ਨਾਲ ਆਪਾਂ ਸ਼ੰਟਿੰਗ ਵੀ ਕੀਤੀ। ਸੋ ਦੋਨੋਂ ਨੂੰ ਕੰਬਾਈਨ ਕਰਕੇ ਅਲਟੀਮੇਟਲੀ ਸ਼ੀ ਇਜ਼ ਨਾਓ ਲੈਂਡਿੰਗ ਇਨਟੂ ਅ ਵੈਰੀ ਗੁੱਡ ਕੰਡੀਸ਼ਨ। ਤੁਸੀਂ ਦੇਖ ਹੀ ਲਿਆ, ਤੁਰ ਕੇ ਆਉਂਦੀ, ਬੈਠਿਆ ਨਹੀਂ ਜਾਂਦਾ ਹੁੰਦਾ ਸੀਗਾ, ਬੈਕ ਪੇਨ ਹੁੰਦੀ ਸੀ, ਯੂਰਿਨ ਕੰਟਰੋਲ ਨਹੀਂ ਹੁੰਦਾ, ਸਭ ਕੁਝ ਅੱਛੀ ਤਰ੍ਹਾਂ ਬਿਹੇਵ ਕਰ ਰਹੀ ਹੈ, ਗੁੱਸਾ ਘੱਟ ਹੈ। ਡੈਫੀਨੇਟਲੀ ਥੋੜ੍ਹਾ ਬਹੁਤ ਇਸ਼ੂਜ਼ ਹੈ, ਉਹ ਵਿਦ ਦ ਪੀਰੀਅਡ ਆਫ ਟਾਈਮ ਉਹ ਵੀ ਠੀਕ ਹੋ ਜਾਣਗੇ, ਮੈਡੀਸਨ ਦਾ ਇਫੈਕਟ ਅੰਦਰ ਰਹੇਗਾ। ਸੋ ਆਈ ਐਮ ਕੁਆਇਟ ਹੈਪੀ ਆਪਣੇ ਪੇਸ਼ੈਂਟਸ ਲਈ ਕਿ ਪੇਸ਼ੈਂਟ ਜਲਦੀ ਇੰਪਰੂਵ ਹੁੰਦੇ ਆ ਅਗਰ ਅਰਲੀ ਡਾਇਗਨੋਸ ਹੋ ਗਏ ਹੁਣ ਤੇ ਫੋਲੋ ਕਰਨ ਗਾਈਡਲਾਈਨਸ। ਅੱਛਾ ਡਾਕਟਰ ਸਾਹਿਬ, ਕਈ ਪੇਸ਼ੈਂਟ ਜਿਹੜੇ ਜ਼ਿਆਦਾ ਕ੍ਰਿਟੀਕਲ ਉਹਨਾਂ ਦੀ ਕੰਡੀਸ਼ਨ ਹੋ ਜਾਂਦੀ ਹੈ, ਅਤੇ ਕੀ ਸ਼ੰਟਿੰਗ ਹੀ ਆਖਰੀ ਹੈ ਕਿ ਸ਼ੰਟਿੰਗ ਤੋਂ ਇਲਾਵਾ ਵੀ ਔਰਲ ਮੈਡੀਸਨ ਨਾਲ ਵੀ ਉਹਨਾਂ ਦੀ ਉਹਨੂੰ ਕਿਉਰ ਕਰ ਸਕਦੇ ਆਪਾਂ? ਉਹੀ ਨਾ ਮੈਂ ਦੱਸਿਆ ਕਿ ਜਿੱਦਾਂ ਓਰਲ ਮੈਡੀਕੇਸ਼ਨਸ ਪਲੱਸ IV ਮੈਡੀਕੇਸ਼ਨ ਦੋਨੋਂ, ਠੀਕ ਹੈ। ਹੁਣ ਇਹਨਾਂ ਨੂੰ ਨਹੀਂ ਰਿਸਪੌਂਡ ਕਰਦਾ, ਰੀਫਰੈਕਟਰੀ ਹਾਈਡਰੋਸੈਫਲਸ ਪੇਸ਼ੈਂਟ ਨੂੰ ਕਹਿੰਦੇ ਨਹੀਂ ਰਿਸਪੌਂਡ ਕਰ ਰਿਹਾ, ਪੇਸ਼ੈਂਟ ਦਵਾਈ ਦੇਈ ਜਾ ਰਹੇ, ਠੀਕ ਹੈ।
ਤੇ ਪੇਸ਼ੈਂਟ ਡੈਫੀਨਿਟਲੀ ਆਪਾਂ ਨੂੰ ਸ਼ੰਟਿੰਗ ਵੱਲ ਜਾਣਾ ਪੈਂਦਾ, ਨਹੀਂ ਤੇ ਵਿਜ਼ਨ ਲਾਸ ਹੋਣ ਦੇ ਚਾਂਸਸ ਆ ਜਾਂਦੇ, ਬੈਲੈਂਸ ਪ੍ਰੋਬਲਮਸ, ਯੂਰਿਨ ਪ੍ਰੋਬਲਮ, ਜਿੱਦਾਂ ਇਸ ਕੰਡੀਸ਼ਨ 'ਚ ਸੀਗੀਆਂ। ਇਨੀਸ਼ੀਅਲੀ ਦੀ ਆਈਜ਼ ਦੇ ਵਿੱਚ ਵੀ ਸੋਜ ਸੀਗੀ ਲੇਡੀ ਦੀ, ਉਸ ਤੋਂ ਬਾਅਦ ਆਈਜ਼ ਦੀ ਸੋਜ ਵੀ ਖਤਮ ਹੋ ਗਈ ਜਿੱਦਾਂ ਬ੍ਰੇਨ ਦਾ ਪ੍ਰੈਸ਼ਰ ਕੰਟਰੋਲ ਹੋ ਗਿਆ। ਸੋ ਡੈਫੀਨਿਟਲੀ ਆਪਾਂ ਨੂੰ ਰਿਫਰੈਕਟਰੀ ਸਟੇਜ ਤੱਕ ਪਹੁੰਚਣ ਨਹੀਂ ਦੇਣਾ ਚਾਹੀਦਾ, ਭਾਵੇਂ ਐਪੀਲੈਪਸੀ ਹੋਵੇ ਤੇ ਭਾਵੇਂ ਕੋਈ ਵੀ ਚੀਜ਼ ਇੱਦਾਂ ਦੀ ਹੋਵੇ ਜਿਹਨੂੰ ਆਪਾਂ ਟਰੀਟ ਨਾ ਕਰ ਪਾਈਏ। ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਜਿਹੜੀ ਬ੍ਰੇਨ ਦੀ ਟੀਬੀ ਆ, ਕੋਈ ਲੱਛਣ ਜੇ ਤੁਹਾਨੂੰ ਨਜ਼ਰ ਆਉਂਦਾ ਹੈ ਤੇ ਉਹਨੂੰ ਸਮੇਂ ਸਿਰ ਤੁਸੀਂ ਫੜ ਲਓਗੇ ਤੇ ਬਿਲਕੁਲ ਬੰਦਾ ਠੀਕ ਹੋ ਜਾਏਗਾ, ਉਹ ਨਾਰਮਲ ਜ਼ਿੰਦਗੀ ਬਤੀਤ ਕਰ ਸਕਦਾ, ਇਹਦੇ ਵਿੱਚ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਗੀ। ਲੇਕਿਨ ਇਸ ਦੇ ਨਾਲ ਨਾਲ ਜੇ ਕੋਈ ਕੰਪਲਿਕੇਸ਼ਨ ਜ਼ਿਆਦਾ ਵੱਧ ਜਾਂਦੀ ਹੈ, ਜੇ ਕੋਈ ਕੰਪਲਿਕੇਸ਼ਨ ਆ ਜਾਂਦੀ ਹੈ ਤੇ ਉਸ ਦਾ ਵੀ ਇਲਾਜ ਜਿਹੜਾ ਹੈਗਾ ਹੈ, ਔਰ ਉਸ ਦੇ ਨਾਲ ਨਾਲ ਮਰੀਜ਼ ਨੂੰ ਥੋੜ੍ਹੀ ਹਿੰਮਤ ਰੱਖਣੀ ਪਏਗੀ, ਵਿਸ਼ਵਾਸ ਇੱਕ ਬਣਾਉਣਾ ਪਏਗਾ, ਔਰ ਆਪਣੇ ਆਪ ਦੇ ਵਿੱਚ ਦ੍ਰਿੜ ਇੱਛਾ ਸ਼ਕਤੀ ਰੱਖਣੀ ਪਏਗੀ ਕਿ ਉਹ ਰਿਵਾਈਵ ਕਰ ਰਿਹਾ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪੋਜ਼ਿਟਿਵ ਜਿਹੜਾ ਹੈਗਾ ਆ ਉਹ ਸੋਚਣਾ ਚਾਹੀਦਾ ਹੈ, ਔਰ ਪੋਜ਼ਿਟਿਵ ਸੋਚਣ ਨਾਲ ਹੀ ਦਵਾਈ ਕਰਦੇ ਆ ਉਹ ਕਈ ਗੁਣਾ ਜ਼ਿਆਦਾ ਜਿਹੜੀ ਆ ਰਿਸਪੌਂਡ ਕਰਦੀ ਆ। ਇਹ ਸੀ ਬ੍ਰੇਨ ਦੀ ਟੀਬੀ ਦੇ ਉੱਤੇ ਸਾਡੀ ਇੱਕ ਰਿਪੋਰਟ ਜਿਹੜੀ ਡਾਕਟਰ ਦਿਨੇਸ਼ ਕੁਮਾਰ ਜਿਹੜੇ ਨਿਊਰੋ ਫਿਜ਼ੀਸ਼ੀਅਨ ਆ ਉਹਨਾਂ ਨਾਲ। ਅਗਲੀ ਵਾਰ ਜਿਹੜੇ ਫਿਰ ਅਸੀਂ ਇਹਦੀ ਬ੍ਰੇਨ ਦੇ ਉੱਤੇ ਇੱਕ ਹੋਰ ਟੌਪਿਕ ਦੇ ਉੱਤੇ ਅਸੀਂ ਗੱਲ ਕਰਾਂਗੇ। ਇਸ ਦੇ ਨਾਲ ਹੀ ਇਜਾਜ਼ਤ ਮੰਗਦੇ ਹਾਂ ਤੁਹਾਡੇ ਤੋਂ। ਨਿਊਜ਼ ਹੈਡਲਾਈਨ ਇੰਡੀਆ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕਸ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਮਸਕਾਰ, ਸਤਿ ਸ਼੍ਰੀ ਅਕਾਲ।